बाजी गर पे काम निंदा करते जन्म सिरानो कबहू ना सिमर्यो राम। काम क्रोध लोभ झूठ निंदा इन ते आप छुड़ावो, इन ते आप छुड़ावो। एह भीतर ते इनको डारो, आपन निकट बुलावो। एह भीतर ते इनको डारो, आपन निकट बुलावो। सतनाम वाहिगुरु जी एक ओंकार सतगुर प्रसाद। सलोक महला नामा जह घट सिमरन राम को सो नर मुक्ता जान। तह नर हर अंतर नहीं नानक साची मान। जह घट सिमरन राम को सो नर मुक्ता जान। तह नर हर अंतर नहीं नानक साची मान। एक भगत भगवान जह प्राणी कै नाहे मन। जैसे सूकर स्वान नानक मानो ताहे तन। एक भगत भगवान जह प्राणी कै नाहे मन। जैसे सूकर स्वान नानक मानो ताहे तन। वाहिगुरु जी का खालसा वाहिगुरु जी की फतेह। सन्मानयोग सत संगत जीओ, सतगुरु साहिब गुरु नानक देव साहब जी दे पावन 550 प्रकाश पुरब नूं समर्पित जो दिल्ली से गुरुद्वारा प्रबंधक कमेटी वल्लों कुछ प्रोग्राम वड्डे पद्धर ते उलीके गए हैं। उन्हां विच कुछ प्रोग्राम हो चुके हैं। सितंबर महीने दे प्रोग्राम सर्व धर्म सम्मेलन 12 सितंबर नूं दोपहर 12 बजे NDMC कन्वेंशन हाल जंतर मंतर के सामने होवेगा। राग तरंग कीर्तन समागम तंती साजां नाल 21 सितंबर नूं शाम 6 बजे ताल कटोरा स्टेडियम विखे होवेगा। नानक पंथ मनुखी चेन 7000 स्कूली बच्चों द्वारा 23 सितंबर नूं सवेरे 9 बजे इंडिया गेट आउटर सर्कल विखे सरबत दा भला बाइक राइड। 6 अक्तूबर नूं सवेरे 5 बजे गुरुद्वारा रकाबगंज साहब तो गुरुद्वारा श्री फतेहगढ़ साहब जावेगी। साहिब श्री गुरु नानक देव साहब जी के 550 साल प्रकाश पुरब नूं समर्पित एक विशेष कीर्तन समागम गुरुद्वारा सीसगंज साहब विखे शनिवार
ਭਾਵ ਕਿ ਕੱਲ 7 ਸਤੰਬਰ ਨੂੰ ਸ਼ਾਮਾਂ ਵੇਲੇ 7:30 ਤੋਂ ਰਾਤ 12 ਵਜੇ ਤੱਕ ਹੋ ਰਿਹਾ ਹੈ। ਇਸ ਵਿੱਚ ਵੀ ਹਾਜ਼ਰੀਆਂ ਭਰੋ। 13 ਅਕਤੂਬਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੱਕ ਜਾਣਾ ਹੈ, ਜਿਸ ਵਿੱਚ ਇੱਕ ਸੋਨੇ ਦੀ ਪਾਲਕੀ ਲਿਜਾਈ ਜਾ ਰਹੀ ਹੈ ਜੋ ਕਰਤਾਰਪੁਰ ਸਾਹਿਬ ਸਥਾਪਿਤ ਕੀਤੀ ਜਾਵੇਗੀ। ਉਸ ਦੀ ਸੇਵਾਵਾਂ ਚੱਲ ਰਹੀਆਂ ਹਨ। ਉਸ ਸੇਵਾ ਦੇ ਵਿੱਚ ਤੁਸੀਂ ਹਿੱਸਾ ਪਾ ਸਕਦੇ ਹੋ। ਸੁਖਾਸਨ ਸੱਚਖੰਡ ਅਸਥਾਨ ਤੋਂ ਅੱਗੇ ਸੋਨੇ ਦੀ ਗੋਲਕਾਂ ਲੱਗੀਆਂ ਨੇ ਸ਼ੀਸ਼ੇ ਦੀ, ਉਹਨਾਂ ਵਿੱਚ ਤੁਸੀਂ ਸੋਨੇ ਦੀ ਜਾਂ ਭੇਟਾ ਪਾ ਸਕਦੇ ਹੋ, ਰਸੀਦਾਂ ਵੀ ਲੈ ਸਕਦੇ ਹੋ। ਇਹ ਬੇਨਤੀਆਂ ਪ੍ਰਵਾਨ ਕਰਨੀਆਂ ਭਾਈ ਸਾਹਿਬ ਸਿੰਘ ਜੀ ਦਮਦਮੀ ਟਕਸਾਲ ਕਥਾ ਦੀਆਂ ਸੇਵਾਵਾਂ ਨਿਭਾ ਰਹੇ ਹਨ। ਭਾਈ ਸਾਹਿਬ ਜੀ ਸੁੰਦਰ ਕਥਾ ਕਰਦੇ ਹਨ। ਟਿਕ ਕੇ ਕਥਾ ਦਾ ਆਨੰਦ ਮਾਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਸੋ ਕਹੋ ਟਲ ਗੁਰੂ ਸੇਵੀਐ ਅਹਨੁਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਮੈਂ ਮੂਰਖ ਕੀ ਕੇਤਕ ਬਾਤ ਹੈ ਕੂਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆਰੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏਮਾਨ ਸ਼ਬਦਾ ਅਵਤਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਉੱਪਰ ਹਾਜ਼ਰੀ ਭਾ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ ਜੀ। ਪ੍ਰੇਮ ਨਾਲ ਸੀਸ ਝੁਕਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਬੜੇ ਹੀ ਵਡਭਾਗੇ ਹਾਂ ਜੋ ਕਿ 9ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਵਿਖੇ ਗੁਰੂ ਕੀ ਹਜ਼ੂਰੀ ਵਿੱਚ ਬੈਠ ਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਿਆਂ ਬਣਾ ਰਹੇ। ਹਰ ਰੋਜ਼ ਦੀ ਮਰਿਆਦਾ ਦੇ ਅਨੁਸਾਰ ਗੁਰਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਆਪ ਜੀ ਨੂੰ ਪਤਾ ਹੀ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ
ਵੈਰਾਗਮਈ ਸਲੋਕਾਂ ਦੀ ਕਥਾ ਚੱਲ ਰਹੀ ਹੈ। ਅੱਜ ਦਾ ਜੋ ਸ਼ਬਦ ਹੈ ਉਹ ਸ਼ਬਦ ਦੇ ਵਿੱਚ ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਿਮਰਨ ਦੀ ਗੱਲ ਕੀਤੀ ਹੈ। ਮਹਾਰਾਜ ਜੀ ਆਪਣੀ ਮੁਬਾਰਕ ਰਸਨਾ ਵਿੱਚੋਂ ਇਹ ਸ਼ਬਦ ਫਰਮਾਉਂਦੇ ਹਨ, ਜੇਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਸਿਮਰਨ ਹੈ, ਜਿਹੜੇ ਮਨ ਦੇ ਵਿੱਚ ਉਸ ਖੁਦਾ ਨੂੰ ਯਾਦ ਕਰਦੇ ਆ, ਸੋ ਨਰ ਮੁਕਤਾ ਜਾਨ। ਗੁਰੂ ਮਹਾਰਾਜ ਜੀ ਫਰਮਾਉਂਦੇ ਆ, ਭਾਈ ਉਹ ਮਨੁੱਖ ਜਿਹੜੇ ਆ ਮੁਕਤ ਹੈ। ਇਹ ਨਹੀਂ ਹੈ ਵੀ ਉਹਨਾਂ ਦੀ ਮੌਤ ਹੋ ਗਈ ਹੈ ਉਹ ਤਾਂ ਕਰਕੇ ਮੁਕਤ ਹੈ, ਕਹਿੰਦੇ ਨਹੀਂ, ਉਹ ਜਿਉਂਦੇ ਜੀ ਮੁਕਤ ਹੈ। ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਸ ਪਰਿਪੂਰਨ ਪਰਮਾਤਮਾ ਨੂੰ ਅਰਾਧਿਆ ਹੈ। ਪਰਮਾਤਮਾ ਨਿਸ਼ਚਲ ਹੈ। ਗੁਰਬਾਣੀ ਦੇ ਵਿੱਚ ਗੁਰਦੇਵ ਫਰਮਾਉਂਦੇ ਆ, ਨਿਸ਼ਚਲ ਸੱਚ ਖੁਦਾਏ ਏਕ, ਖੁਦਾਏ ਬੰਦਾ ਅਬਨਾਸੀ। ਕਹਿੰਦੇ ਪਰਮਾਤਮਾ ਨਿਸ਼ਚਲ ਹੈ, ਇੱਕ ਹੈ। ਜਿਹੜਾ ਉਸ ਪਰਿਪੂਰਨ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਵੀ ਕਹਿਣ ਲੱਗੇ ਅਬਿਨਾਸੀ ਹੋ ਜਾਂਦਾ, ਨਾਸ਼ ਤੋਂ ਰਹਿਤ ਹੋ ਜਾਂਦਾ। ਇਹ ਉਹਦੀ ਕਿਰਪਾ ਹੈ। ਭਗਤੀ ਕਰਨ ਵਾਲੇ, ਉਸ ਦੀ ਇਬਾਦਤ ਕਰਨ ਵਾਲੇ ਦੁਨੀਆ ਦੇ ਵਿੱਚ ਬਹੁਤ ਹਨ। ਸਾਡੇ ਵੀ ਮਨ ਦੇ ਵਿੱਚ ਇਹ ਇੱਛਾ ਹੈ ਕਿ ਅਸੀਂ ਉਸ ਪਰਮਾਤਮਾ ਦੀ ਭਗਤੀ ਕਰੀਏ। ਜਿਹੜੀ ਜ਼ਿੰਦਗੀ ਬੇਰੰਗ ਹੋ ਚੁੱਕੀ ਹੈ, ਜਿਸ ਮਨ ਦੇ ਵਿੱਚ ਅਸ਼ਾਂਤੀ ਹੈ, ਜਿਸ ਮਨ ਦੇ ਵਿੱਚ ਚਿੰਤਾਵਾਂ ਹਨ, ਇਨ੍ਹਾਂ ਚਿੰਤਾਵਾਂ ਦਾ ਦਮਨ ਹੋਵੇ। ਉਹਦੇ ਵਾਸਤੇ ਫਿਰ ਕੀ ਕਰਨਾ ਪਵੇਗਾ? ਕਹਿੰਦੇ ਪਰਮਾਤਮਾ ਦਾ ਨਾਮ ਜਪਣਾ ਪਵੇਗਾ। ਪਰਮਾਤਮਾ ਦਾ ਨਾਮ ਕੀ ਕਰਦਾ ਹੈ? ਕਹਿੰਦੇ ਅੰਦਰ ਠੰਡਾ ਕਰ ਦਿੰਦਾ ਹੈ। ਬਾਣੀ ਦੇ ਵਿੱਚ ਇੱਕ ਮਹਾਰਾਜ ਜੀ ਦਾ ਬਚਨ ਆਉਂਦਾ ਹੈ, ਨਾਮ ਦੇ ਪਰਥਾਏ। ਜਿਹੜੇ ਨਾਮ ਜਪਣ ਲੱਗ ਪੈਂਦੇ ਆ ਉਹਨਾਂ ਦੀ ਹਾਲਤ ਉਸ ਸ਼ਬਦ ਵਿੱਚ ਦੱਸੀ ਹੋਈ ਹੈ। ਰਾਰਾ ਰਸ ਨਰਸ ਕਰ ਜਾਂਦਿਆਂ, ਹੋਏ ਨਿਰਸ ਤਾ ਰਸ ਪਹਿਚਾਨਿਆ। ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਕਹਿੰਦੇ ਜਿਨ੍ਹਾਂ ਨੇ ਰੱਬ ਦੇ ਨਾਮ ਨੂੰ ਜਪ ਲਿਆ, ਹੁਣ ਜਪਦੇ ਤੇ ਸਾਰੇ ਹੀ ਸਾਰੇ ਹੀ ਆਪਾਂ ਪਰਮਾਤਮਾ ਦੇ ਨਾਮ ਨੂੰ ਚੰਗਾ ਸਮਝਦੇ ਹਾਂ, ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਂਦੇ ਹਾਂ। ਫਿਰ ਉਹ ਨਾਮ ਕਰਦਾ ਕੀ ਹੈ? ਕਹਿੰਦੇ ਬੰਦੇ ਨੂੰ ਰਸ ਦਿੰਦਾ। ਜਿਹੜੇ ਬੰਦਿਆਂ ਨੂੰ ਭਗਤੀ ਦੇ ਵਿੱਚੋਂ ਰਸ ਆਉਣ ਲੱਗ ਪੈਂਦਾ, ਉਹ ਬੰਦੇ, ਉਹ ਗੁਰਸਿੱਖ, ਉਹ ਭਗਤ ਕੋਈ ਵਿਰਲੇ ਆ ਜਿਨ੍ਹਾਂ ਨੂੰ ਭਗਤੀ ਦੇ ਵਿੱਚੋਂ ਰਸ ਆਉਂਦਾ।
ਨਹੀਂ ਤੇ ਅਸੀਂ ਸੰਸਾਰਕ ਰਸਾਂ ਦੇ ਵਿੱਚ ਹੀ ਜ਼ਿਆਦੇ ਫਸੇ ਹੋਏ ਆ। ਕਿਸੇ ਨੂੰ ਚੁਗਲੀ ਦਾ ਰਸ ਹੈ, ਕਿਸੇ ਨੂੰ ਜ਼ੁਬਾਨ ਦਾ ਰਸ ਹੈ, ਕੋਈ ਮੂੰਹ ਦੇ ਵਿੱਚ ਫਸਿਆ ਹੋਇਆ ਹੈ। ਜੀਭ ਦੇ ਸਵਾਦਾਂ ਦੇ ਵਿੱਚ ਅਸੀਂ ਬਹੁਤ ਕੁਝ ਕਰਦੇ ਹਾਂ, ਬਹੁਤ ਕੁਝ ਖਾਂਦੇ ਹਾਂ, ਪਰ ਖਾ ਖਾ ਕੇ ਵੀ ਕੀ ਸਾਨੂੰ ਉਹ ਰਸ ਨਿਰੰਤਰ ਮਿਲਿਆ? ਕਹਿੰਦੇ ਨਹੀਂ ਮਿਲਿਆ, ਖੱਜਰ ਖਰਾਬੀ ਹੁੰਦੀ। ਅਜੇ ਉੱਥੋਂ ਤੱਕ ਨਹੀਂ ਪਹੁੰਚੇ। ਇਸ ਲਈ ਗੁਰਦੇਵ ਨੇ ਉਹ ਬਚਨ ਕੀਤਾ, ਰਾਰਾ ਰਸ ਨਰਸ ਕਰ ਜਾਂਦੇ ਆ। ਜਿਹਦੇ ਵਿੱਚੋਂ ਰਸ ਆਉਣਾ ਸੀ ਉਹ ਅਸੀਂ ਜਪਿਆ ਹੀ ਨਹੀਂ, ਤੇ ਜਿਨ੍ਹਾਂ ਵਿੱਚੋਂ ਸਾਨੂੰ ਰਸ ਨਹੀਂ ਸੀ ਆਉਂਦਾ ਸੀ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਇਆ ਹੋਇਆ। ਕਈ ਲੋਕ ਗੁਰੂ ਘਰ ਦੇ ਵਿੱਚ ਆਉਂਦੇ, ਜ਼ੁਬਾਨ ਦਾ ਇੰਨਾ ਸਵਾਦ ਪਿਆ ਹੋਇਆ, ਤੇ ਇੱਥੇ ਵੀ ਆ ਕੇ ਕਹਿੰਦੇ ਬਈ ਲੰਗਰ ਵਿੱਚ ਪ੍ਰਸ਼ਾਦਾ ਵਧੀਆ ਨਹੀਂ ਬਣਿਆ। ਲੰਗਰ ਵਿੱਚ ਇਹ ਚੀਜ਼ ਨਹੀਂ ਬਣਾਈ ਤੁਸੀਂ। ਇੱਥੇ ਆ ਕੇ ਵੀ ਰਸਾਂ ਦੇ ਵਿੱਚ ਫਸੇ ਹੋਏ ਆ। ਗੁਰੂ ਘਰ ਸਾਦਗੀ ਦਾ ਪ੍ਰਤੀਕ ਹੈ। ਜੇਕਰ ਕਿ ਇੱਥੇ ਆ ਕੇ ਵੀ ਸਾਨੂੰ ਸਾਦਗੀ ਨਾ ਮਿਲੀ ਤੇ ਫਿਰ ਮਿਲਣੀ ਵੀ ਕਿਤਲੇ ਨਹੀਂ। ਬੰਦਾ ਰਸਾਂ ਦੇ ਵਿੱਚ ਇੰਨਾ ਗਲਤਾਨ ਹੈ। ਹੁਣ ਜਿੱਥੇ ਜਿਹੜੀ ਚੀਜ਼ ਲੈਣ ਜਾਣੀ ਸੀ ਉੱਥੇ ਉਹ ਰਸ, ਉਹ ਚੀਜ਼ ਲਈ ਨਹੀਂ। ਇਹ ਨਹੀਂ ਵੇਖਿਆ, ਇਹ ਨਹੀਂ ਸੁਣਿਆ ਕਿ ਗੁਰੂ ਨੇ ਕੀ ਹੁਕਮ ਕੀਤਾ, ਤੇ ਸਿੱਧਾ ਦੌੜ ਕੇ ਲੰਗਰਾਂ ਵੱਲ ਜਾਂਦਾ, ਕਹਿੰਦਾ ਇੱਥੇ ਬਣਿਆ ਕੀ ਆ। ਕਦੀ ਇਹ ਨਹੀਂ ਮਨ ਦੇ ਵਿੱਚ ਲੈ ਕੇ ਆਇਆ ਕਿ ਗੁਰੂ ਨੇ ਹੁਕਮ ਕੀ ਕੀਤਾ, ਗੁਰੂ ਦਾ ਹੁਕਮ ਕੀ ਹੈ। ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਇਹਨਾਂ ਰਸਾਂ ਦੇ ਵਿੱਚ ਪਿਆ ਰਵੇਗਾ ਹੋਏ ਨਰਸ, ਪਹਿਲਾਂ ਇਹਨਾਂ ਰਸਾਂ ਤੋਂ ਨਰਸ ਹੋ ਜਾ, ਤਾਂ ਰਸ ਪਹਿਚਾਨਿਆ ਤਾਂ ਫਿਰ ਤੈਨੂੰ ਉਸ ਰੱਬ ਦੇ ਨਾਮ ਦੇ ਰਸ ਦਾ ਅਨੁਭਵ ਹੋਵੇਗਾ। ਜਿੰਨਾ ਚਿਰ ਤੂੰ ਸੰਸਾਰਕ ਸਵਾਦਾਂ ਦੇ ਵਿੱਚ ਪਿਆ ਰਿਹਾ, ਉਹਨਾਂ ਚਿਰ ਤੈਨੂੰ ਬੰਦਗੀ ਦਾ ਰਸ ਨਹੀਂ ਮਿਲਣਾ। ਇਹ ਰਸ ਛੱਡੇ ਉਹ ਰਸ ਆਵਾ। ਜਿੱਦਣ ਤੂੰ ਸਵਾਦਾਂ ਨੂੰ ਛੱਡ ਦਿੱਤਾ, ਜ਼ੁਬਾਨ ਦੇ ਉੱਤੇ ਕੇਵਲ ਤਾਂ ਕੇਵਲ ਇੱਕ ਰਸ, ਨਾਮ ਦਾ ਰਸ ਲੈ ਕੇ ਆਂਦਾ, ਤੇ ਗੁਰੂ ਮਹਾਰਾਜ ਜੀ ਫਰਮਾਉਂਦੇ ਆ ਉਹ ਰਸ ਆਵਾ, ਉਦਣ ਤੈਨੂੰ ਭਗਤੀ ਦਾ ਰਸ ਆਵੇਗਾ ਸੱਜਣਾ। ਉਦਣ ਤੂੰ ਇਬਾਦਤ ਕਰਨ ਲੱਗੇਗਾ। ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਜਿਨ੍ਹਾਂ ਨੇ ਰੱਬ ਦੀ ਬੰਦਗੀ ਦਾ ਰਸ ਪੀਤਾ ਨਾ, ਕਹਿੰਦੇ ਫਿਰ ਉਹਨਾਂ ਨੂੰ ਦੁਨਿਆਵੀ ਰਸ ਨਹੀਂ ਆਉਂਦੇ। ਉਹਨਾਂ ਦੀ ਜੀਭ ਦੁਨਿਆਵੀ ਸਵਾਦਾਂ ਦੇ ਵਿੱਚ ਨਹੀਂ ਪੈਂਦੀ। ਪਰ ਇਹ ਆਵੇਗਾ ਕਿੱਦਾਂ? ਕਹਿਣ ਲੱਗੇ ਬੰਦਗੀ ਦੇ ਨਾਲ, ਸਿਮਰਨ ਦੇ ਨਾਲ। ਗੁਰੂ ਤੋਂ ਪੁੱਛੀਏ, ਇਹ ਗੁਰੂ ਮਹਾਰਾਜ ਜੀ ਤੁਹਾਡਾ ਸਿਮਰਨ ਕਰਦਾ ਕੀ ਹੈ? ਇੱਥੇ ਤਾਂ ਬੜੇ ਬੜੇ ਤਕੜੇ ਪਾਪੀ ਲੋਕ ਬੈਠੇ ਜਿਹੜੇ ਪਾਪ ਕਰਦੇ, ਉਹ ਵੀ ਦੁਨੀਆ ਦੇ ਵਿੱਚ ਲੋਕ ਰਹਿੰਦੇ ਆ ਜਿਹੜੇ ਬਹੁਤੇ ਜ਼ਿਆਦੇ ਦੁਖੀ ਆ। ਕਿ ਉਹ ਵੀ ਦੁੱਖ ਤੇਰਾ ਨਾਮ ਮਿਟ ਦਿੰਦਾ? ਤੇਰੀ ਬੰਦਗੀ ਦੇ ਵਿੱਚ ਉਹ ਤਾਕਤ ਹੈ? ਇੱਥੇ ਬੜੇ ਬੜੇ ਤਗੜੇ ਕਾਤਲ ਵੀ ਹੈਗੇ ਆ ਦੁਨੀਆ ਦੇ ਵਿੱਚ, ਜਿਨ੍ਹਾਂ ਤੋਂ ਦੁਨੀਆ ਦੇ ਲੋਕ ਖੌਫ ਜ਼ਦਾ ਹੁੰਦੇ ਆ ਕਿ ਤੇਰਾ ਨਾਮ
ਉਹਨਾਂ ਦੀ ਜ਼ਿੰਦਗੀ ਬਦਲ ਦਿੰਦਾ। ਤੇ ਪੰਜਵੇਂ ਪਾਤਸ਼ਾਹ ਜੀ ਦਾ ਬਚਨ ਆਉਂਦਾ, ਮਹਾਰਾਜ ਜੀ ਫਰਮਾਉਂਦੇ ਆ, ਘੂਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦਰੰ ਮਹਾ ਵਿਖਿਆਦੰ। ਚਾਰ ਚੀਜ਼ਾਂ। ਘੋਰ ਦੁਖਿਅੰ ਕਹਿਣ ਲੱਗੇ ਜਿਹੜੇ ਬੜੇ ਦੁਖੀ ਹੈ ਸੰਸਾਰ ਦੇ ਵਿੱਚ। ਵੈਸੇ ਵੀ ਦੁੱਖ ਹਰੇਕ ਦੀ ਜ਼ਿੰਦਗੀ ਵਿੱਚ ਆਉਂਦਾ। ਦੁਨੀਆ ਦੇ ਵਿੱਚ ਇਹੋ ਜਿਹਾ ਕੋਈ ਬੰਦਾ ਨਹੀਂ ਹੋਵੇਗਾ ਜਿਹੜਾ ਕਵੇ ਮੈਂ ਕਦੀ ਦੁੱਖ ਨਹੀਂ ਵੇਖਿਆ, ਕਿਉਂਕਿ ਦੁੱਖ ਸੰਸਾਰਕ ਰੋਗ ਹੈ ਤੇ ਆਪਾਂ ਸੰਸਾਰ ਵਿੱਚ ਰਹਿੰਦੇ ਹਾਂ, ਇਸ ਕਰਕੇ ਸਾਨੂੰ ਇਹ ਚਿੰਬੜਿਆ ਹੋਇਆ। ਕਈਆਂ ਦੀ ਜ਼ਿੰਦਗੀ ਵਿੱਚ ਦੁੱਖ ਥੋੜਾ ਹੈ, ਸੁੱਖ ਜ਼ਿਆਦੇ ਹਨ। ਕਈਆਂ ਦੀ ਜ਼ਿੰਦਗੀ ਦੁੱਖਾਂ ਨਾਲ ਭਰੀ ਫਿਰਦੀ ਹੈ। ਉਹ ਇਹ ਗੱਲ ਕਹਿੰਦੇ ਆ, ਸੁੱਖ ਨੂੰ ਵੇਖਿਆ ਬੜਾ ਚਿਰ ਹੋ ਗਿਆ। ਇਸ ਲਈ ਉਹਨਾਂ ਦੇ ਪਰਥਾਏ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਘੂਰ ਦੁਖੀਆਂ, ਜਿਹੜੇ ਬੜੇ ਲੰਮੇ ਟਾਈਮ ਤੋਂ ਦੁਖੀ ਹੈ, ਜਿਨ੍ਹਾਂ ਨੂੰ ਦੁੱਖ ਨੇ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ। ਕਈਆਂ ਦੇ ਦੁੱਖ ਕਹਿਣ ਲੱਗੇ ਦੁਨੀਆ ਦੇ ਸਾਹਮਣੇ ਆ ਜਾਂਦੇ। ਕਈਆਂ ਦੇ ਜਿਹੜੇ ਦੁੱਖ ਹੈ ਕਹਿਣ ਲੱਗੇ ਉਹਨਾਂ ਦਾ ਅੰਦਰ ਜਾਣ ਦਾ, ਵੀ ਉਹ ਕਿੰਨੇ ਕੁ ਦੁਖੀ ਹੈ। ਦੁਖੀ ਉਹਦਾ ਸਾਰੇ ਹੀ ਆ। ਭਗਤ ਫਰੀਦ ਸਾਹਿਬ ਜੀ ਕਹਿੰਦੇ, ਮੈਂ ਸੋਚਦਾ ਸਾਂ ਕਿ ਦੁੱਖ ਮੈਨੂੰ ਹੈ, ਪਰ ਜਦੋਂ ਮੈਂ ਵੇਖਿਆ ਨਾ ਦੁਨੀਆ ਦੇ ਵੱਲ, ਤੇ ਕਹਿਣ ਲੱਗੇ ਦੁਨੀਆ ਦੇ ਲੋਕੀ ਮੇਰੇ ਤੋਂ ਜ਼ਿਆਦਾ ਦੁਖੀ ਹੈ। ਅਸਲ ਦੇ ਵਿੱਚ ਜਦੋਂ ਅਸੀਂ ਦੁਨੀਆ ਵੱਲ ਵੇਖਦੇ ਹਾਂ ਨਾ, ਬੰਦੇ ਦੇ ਮਨ ਦੀ ਉਡਾਰੀ ਬੜੀ ਉੱਚੀ ਹੈ। ਬੰਦਾ ਬਹੁਤ ਉੱਚਾ ਸੋਚਦਾ ਹੈ। ਬੰਦਾ ਹਮੇਸ਼ਾ ਉਹਨਾਂ ਵੱਲ ਵੇਖਦਾ ਜੋ ਉਹਦੇ ਤੋਂ ਅੱਗੇ ਹੈ। ਤੇ ਦੁੱਖ ਮਿਲਦਾ ਹੀ ਤਾਂ ਆ, ਕਿਉਂਕਿ ਜਦੋਂ ਆਪਣੇ ਤੋਂ ਅੱਗੇ ਕਿਸੇ ਨੂੰ ਤੁਸੀਂ ਵੇਖੋਗੇ, ਤੁਹਾਡੇ ਮਨ ਦੇ ਵਿੱਚ ਕੋਈ ਫੁਰਨਾ ਆਵੇਗਾ। ਜਦੋਂ ਤੁਹਾਡਾ ਉਹ ਫੁਰਨਾ ਪੂਰਾ ਨਹੀਂ ਹੋਵੇਗਾ ਤੇ ਤੁਹਾਨੂੰ ਦੁੱਖ ਲੱਗੇਗਾ। ਕਦੀ ਬੰਦੇ ਨੇ ਆਪਣੇ ਤੋਂ ਨੀਵੇਂ ਵੱਲ ਨੂੰ ਨਹੀਂ ਵੇਖਿਆ, ਬਈ ਇਹ ਵੀ ਦੁਖੀ ਹੈ, ਨਹੀਂ ਵੇਖਦਾ। ਜਿਹੜਾ ਮੋਟਰਸਾਈਕਲ ਦੇ ਉੱਤੇ ਆ, ਉਹ ਸਾਈਕਲ ਵਾਲੇ ਨੂੰ ਨਹੀਂ ਵੇਖਦਾ। ਉਹ ਕਹਿੰਦਾ ਉਹ ਕਾਰ ਲੈ ਕੇ ਜਾ ਰਿਹਾ, ਉਹ ਕਾਰ ਦੇ ਵਿੱਚ ਹੈ, ਮੈਨੂੰ ਵੀ ਮਿਲੇ। ਜਿਹੜਾ ਕਾਰ ਦੇ ਵਿੱਚ ਹੈ, ਉਹਦੀ ਉਡਾਰੀ ਹੋਰ ਥੋੜੀ ਜਿਹੀ ਲੰਮੀ ਹੋ ਜਾਂਦੀ, ਉਹ ਜਹਾਜ਼ਾਂ ਵੱਲ ਵੇਖੀ ਜਾਂਦਾ ਕਿ ਮੈਂ ਵੀ ਇਹਨਾਂ ਵਿੱਚ ਝੂਟੇ ਲਵਾਂ। ਕਦੀ ਬੰਦੇ ਨੇ ਆਪਣੇ ਤੋਂ ਨੀਵੇਂ ਵੱਲ ਨਹੀਂ ਵੇਖਿਆ। ਜਿੱਦਣ ਨੀਵੇਂ ਵੱਲ ਵੇਖ ਲਵੇਗਾ, ਬੰਦੇ ਦਾ ਅੱਧਾ ਦੁੱਖ ਘਟ ਜਾਵੇਗਾ। ਜਿੱਦਣ ਮੋਟਰਸਾਈਕਲ ਤੇ ਸਵਾਰ ਹੋਏ ਬੰਦੇ ਨੇ ਸਾਈਕਲ ਵਾਲੇ ਨੂੰ ਵੇਖ ਲਿਆ, ਸੋਚੇਗਾ ਮੈਂ ਬਹੁਤ ਚੰਗਾ ਭਾਈ, ਫਿਰ ਵੀ ਮੇਰੇ ਕੋਲ ਸਾਧਨ ਹੈ। ਜਿਹੜਾ ਸਾਈਕਲ ਤੇ ਹੈ ਉਹ ਵੇਖ ਲਵੇ ਬਈ ਇੱਕ ਬੰਦਾ ਪੈਦਲ ਵੀ ਚੱਲਦਾ ਪਿਆ, ਮੈਂ ਉਹਦੇ ਤੋਂ ਚੰਗਾ। ਜਦੋਂ ਬੰਦੇ ਦੀ ਸੋਚਣੀ ਅਡਾਰੀਆਂ ਮਾਰਦੀ ਹੈ, ਕਹਿਣ ਲੱਗੇ ਦੁੱਖ ਆਉਂਦਾ ਹੀ ਉਦੋਂ ਆ ਜਦੋਂ ਬੰਦੇ ਦਾ ਮਨ ਨਿਵਾਨਤਾ ਵੱਲ ਚਲਾ ਜਾਂਦਾ, ਨੀਵੇਂ ਬੰਦੇ ਵਾਲੇ ਪਾਸੇ ਚਲਾ ਜਾਂਦਾ। ਉਦੋਂ ਬੰਦਾ ਸੋਚਦਾ ਭਾਈ ਕਿ ਮੈਂ ਬਹੁਤ ਚੰਗਾ, ਮੈਨੂੰ ਗੁਰੂ ਨੇ ਬਹੁਤ ਕੁਛ ਦਿੱਤਾ, ਉਹਦੇ ਵਿੱਚ ਖੁਸ਼ ਰਹਿੰਦਾ। ਕਈਆਂ ਦੇ ਦੁੱਖ ਦੁਨੀਆ ਦੇ ਲੋਕ ਜਾਣਦੇ। ਉਹਨਾਂ ਦੀ ਹਾਲਤ ਇਹੋ ਜਿਹੀ ਹੈ ਜਿੱਦਾਂ ਪੁਰਾਣੇ ਸਮੇਂ ਵਿੱਚ ਨਾ
ਲੱਕੜਾਂ ਦੀ ਅੱਗ ਬਲਦੀ ਸੀ, ਪਾਥੀਆਂ ਦੀ ਅੱਗ ਬਲਦੀ ਸੀ, ਉਹਦਾ ਧੂਆਂ ਨਿਕਲਦਾ ਹੁੰਦਾ ਸੀ ਤੇ ਉਹ ਧੂਏ ਤੋਂ ਪਤਾ ਲੱਗ ਜਾਂਦਾ ਸੀ ਬਈ ਇਸ ਘਰ ਦੇ ਵਿੱਚ ਅੱਗ ਬਲਦੀ ਪਈ ਹੈ, ਕੋਈ ਨਾ ਕੋਈ ਚੀਜ਼ ਪੱਕੀ ਹੋਈ ਹੈ। ਕਈ ਬੰਦਿਆਂ ਦੇ ਦੁੱਖ ਇਹੋ ਜਿਹੇ ਹੁੰਦੇ ਆ ਧੂਏ ਵਰਗੇ, ਉਹ ਦੁਨੀਆ ਦੇ ਲੋਕਾਂ ਨੂੰ ਪਤਾ ਲੱਗ ਜਾਂਦੇ। ਕਈਆਂ ਦੇ ਦੁੱਖ ਇਹੋ ਜਿਹੇ ਆ ਜਿੱਦਾਂ ਗੈਸ ਦੀ ਅੱਗ ਹੁੰਦੀ, ਉਹਦਾ ਧੂਆਂ ਨਹੀਂ ਹੁੰਦਾ, ਉਹ ਬਲਦੀ ਤੇ ਹੈ, ਸੇਕ ਤੇ ਦਿੰਦੀ ਹੈ, ਭੋਜਨ ਤੇ ਉਹ ਵੀ ਪਕਾਉਂਦੀ ਹੈ, ਪਰ ਕਹਿਣ ਲੱਗੇ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਅੱਗ ਬਲੀ ਹੋਈ ਹੈ ਕਿ ਨਹੀਂ ਬਲੀ ਹੋਈ। ਹੁਣ ਜਦੋਂ ਅਸੀਂ ਆਪਣੇ ਤੋਂ ਵੱਡੇ ਨੂੰ ਦੇਖਦੇ ਆ ਨਾ, ਸਾਨੂੰ ਲੱਗਦਾ ਹੈ ਬਈ ਇਹ ਬਹੁਤ ਖੁਸ਼ ਹੈ, ਇਹ ਬਹੁਤ ਸੁਖੀ ਹੈ। ਤੇ ਜਦੋਂ ਤੁਸੀਂ ਉਹਨੂੰ ਪੁੱਛੋਗੇ ਨਾ, ਭਾਈ ਵਾਕਿਆ ਤੂੰ ਖੁਸ਼ ਹੈ, ਤੂੰ ਸੁਖੀ ਹੈ, ਤੇ ਉਹਦਾ ਜਵਾਬ ਪਤਾ ਕੀ ਹੋਏਗਾ? ਕਹਿਣ ਲੱਗਾ ਦੁੱਖਾਂ ਨਹੀਂ ਘੇਰਿਆ ਫਿਰਦਾ। ਦੁੱਖ ਖਹਿੜਾ ਛੱਡਦੇ ਹੀ ਨਹੀਂ। ਦੁਨੀਆ ਦੇ ਵਿੱਚ ਉਹ ਬੰਦੇ ਬਹੁਤ ਘੱਟ ਹੋਣਗੇ ਜਿਹੜੇ ਇਹ ਕਹਿਣਗੇ ਬਈ ਮੈਂ ਬਹੁਤ ਖੁਸ਼ ਹਾਂ, ਜਿਨ੍ਹਾਂ ਨੂੰ ਸੰਤੁਸ਼ਟੀ ਹੋਵੇਗੀ। ਨਹੀਂ ਤੇ ਵੱਡੇ ਤੋਂ ਵੱਡਾ ਬੰਦਾ ਕਹਿਣ ਲੱਗੇ ਐ ਸੰਤੁਸ਼ਟ ਹੈ, ਵੱਡੇ ਤੋਂ ਵੱਡਾ ਬੰਦਾ ਕਹਿਣ ਲੱਗੇ ਰੱਜਦਾ ਨਹੀਂ ਪਿਆ ਇੱਥੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਦੁਨੀਆ ਦੇ ਲੋਕ ਬਹੁਤ ਦੁਖੀ ਹੈ, ਘੋਰ ਦੁਖੀਆਂ। ਫਿਰ ਅਗਲਾ ਬਚਨ ਆਇਆ ਅਨਕ ਹੱਤਿਅੰ। ਕਈ ਬੰਦਿਆਂ ਨੇ ਬੜੇ ਪਾਪ ਕੀਤੇ ਹੁੰਦੇ, ਕਈਆਂ ਨੂੰ ਮਾਰਿਆ ਹੁੰਦਾ। ਦੁਨੀਆ ਦੇ ਵਿੱਚ ਬੜੇ ਬੜੇ ਤਕੜੇ ਜਿਹੜੇ ਕਾਤਲ ਹੈ ਉਹ ਦੁਨੀਆ ਦੇ ਵਿੱਚ ਆਏ। ਹਿਟਲਰ ਵਰਗੇ ਆਂ ਤੇ ਕਹਿਣ ਲੱਗੇ 2 ਕਰੋੜ ਬੰਦਿਆਂ ਦੇ ਕਤਲ ਦਾ ਇਲਜ਼ਾਮ ਸੀ। ਇੱਕ ਚੀਨ ਦਾ ਮੇਰੇ ਖਿਆਲ ਮੌਜ਼ੇ ਤੰਗ ਹੋਇਆ, ਉਹਦੇ ਉੱਤੇ ਮੇਰੇ ਖਿਆਲ 2.5 ਕਰੋੜ ਬੰਦਿਆਂ ਦਾ ਕਤਲ ਸੀ। ਉਹਦੇ ਸਿਰ ਮੜਿਆ ਜਾਂਦਾ ਬਈ ਨੇ 2.5 ਕਰੋੜ ਮਾਰਿਆ। ਬੜੇ ਬੜੇ ਤਗੜੇ ਪਾਪੀ ਲੋਕ ਬੈਠੇ ਆ। ਗੱਲ ਕਰਦੇ ਪਏ ਸਾਂ ਨਾਮ ਦੀ ਤਾਕਤ ਦੀ। ਘੋਰ ਦੁਖਿਅੰ ਅਨਕ ਹੱਤਿਅੰ ਜਨਮ ਦਾਰਿਦਰੰਗ। ਕਹਿਣ ਲੱਗੇ ਇੱਕ ਉਹ ਵੀ ਹੈ ਜਿਹੜੇ ਜਨਮ ਤੋਂ ਬੜੇ ਦਲਿਦਰੀ ਹੈ, ਜਿਨ੍ਹਾਂ ਨੇ ਮਾਇਆ ਨਹੀਂ ਵੇਖੀ। ਦਲਿਦਰ ਕਹਿੰਦੇ ਆ ਵੈਸੇ ਗਰੀਬੀ ਨੂੰ। ਜਿਹੜੇ ਬਹੁਤ ਜ਼ਿਆਦਾ ਗਰੀਬ ਹੈ, ਜਿਹੜੇ ਬੜੀ ਜ਼ਿਆਦਾ ਕੰਗਾਲੀ ਦੇ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਆ, ਕਹਿਣ ਲੱਗੇ ਉਹ ਲੋਕ। ਮਹਾ ਵਿਖਿਆਦੰ, ਫਿਰ ਉਹ ਲੋਕ ਆ ਜਿਹੜੇ ਬਹੁਤੇ ਜ਼ਿਆਦੇ ਕਹਿਣ ਲੱਗੇ ਬਿਮਾਰ ਰਹਿੰਦੇ ਆ, ਜਿਨ੍ਹਾਂ ਦਾ ਬਿਮਾਰੀ ਖਹਿੜਾ ਨਹੀਂ ਛੱਡਦੀ। ਇਹ 4 ਉਦਾਹਰਨਾਂ ਦਿੱਤੀਆਂ। ਇੱਕ ਉਹ ਜਿਹੜੇ ਬੜੇ ਦੁਖੀ ਹੈ, ਇੱਕ ਉਹ ਜਿਹੜੇ ਵੱਡੇ ਕਾਤਲ ਹੈ, ਇੱਕ ਉਹ ਜਿਹੜੇ ਬੜੇ ਦਲਿਦਰੀ ਹੈ, ਗਰੀਬੀ ਜਿਨ੍ਹਾਂ ਦੇ ਉੱਤੇ ਆਈ ਹੋਈ ਹੈ, ਇੱਕ ਉਹ ਜਿਹੜੇ ਕਹਿਣ ਲੱਗੇ ਰੋਗਾਂ ਨੇ ਗ੍ਰਸੇ ਹੋਏ ਆ। ਹਰੇਕ ਬੰਦਾ ਬਿਮਾਰ ਅੱਜ ਦੀ ਤਾਰੀਖ ਦੇ ਵਿੱਚ, ਕਿਉਂਕਿ ਖਾਣਾ ਪੀਣਾ ਤੇ ਇੱਕ ਆ ਜਿਹੜਾ ਤੀਸਰਾ ਪ੍ਰਦੂਸ਼ਣ ਹੈ। ਕਹਿਣ ਲੱਗੇ ਹਵਾ ਚੰਗੀ ਨਹੀਂ, ਇਸ ਕਰਕੇ ਦੁਨੀਆ ਦੇ ਵਿੱਚ ਹਰੇਕ ਬੰਦਾ ਕਹਿਣ ਲੱਗੇ ਗੋਲੀਆਂ ਉੱਤੇ ਚੱਲਦਾ ਪਿਆ ਅੱਜ ਦੀ ਤਾਰੀਖ ਦੇ ਵਿੱਚ। ਗੁਰੂ ਨੂੰ ਪੁੱਛੀਏ, ਐ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਇਹ ਜਿਹੜੇ ਦੁਨੀਆ ਦੇ ਵਿੱਚ ਲੋਕ ਹੈ, ਇਹ ਤੇਰੇ ਨਾਮ ਨੂੰ ਜਪਣ ਇਹਨਾਂ ਦਾ ਕੁਛ ਹੋ ਸਕਦਾ? ਗਰੀਬਾਂ ਦਾ, ਰੋਗੀਆਂ ਦਾ, ਕਾਤਲਾਂ ਦਾ ਤੇ ਦੁਖੀਆਂ ਦਾ। ਤੇ ਗੁਰੂ ਮਹਾਰਾਜ ਜੀ ਦਾ ਬਚਨ ਆਉਂਦਾ ਹੈ, ਮਹਾਰਾਜ ਵੀ ਫਰਮਾਉਂਦੇ ਹੈ ਮਿਟੰਤ ਸਗਲ ਸਿਮਰੰਤ ਹਰ ਨਾਮ।
ਕਹਿਣ ਲੱਗੇ ਹਾਂ ਇਹਨਾਂ ਦੇ ਰੋਗ ਮਿਟ ਸਕਦੇ ਆ, ਇਹਨਾਂ ਦੀ ਦਲਿੱਦਰਤਾ ਜਾ ਸਕਦੀ ਹੈ, ਇਹਨਾਂ ਦੇ ਕਹਿਣ ਲੱਗੇ ਦੁੱਖ ਨਾਸ਼ ਹੋ ਸਕਦੇ ਆ, ਤੇ ਜਿਹੜੀ ਜੀਵਤਾ ਦਾ ਇਹਨਾਂ ਨੇ ਘਾਤ ਕੀਤਾ, ਘਾਣ ਕੀਤਾ, ਕਹਿਣ ਲੱਗੇ ਉਹਨਾਂ ਗੁਨਾਹਾਂ ਦੀ ਵੀ ਇਹਨਾਂ ਨੂੰ ਮੁਆਫੀ ਮਿਲ ਸਕਦੀ ਹੈ। ਪੁੱਛਿਆ ਜੀ ਮਿਲੇਗੀ ਕਿੱਦਾਂ? ਕਹਿਣ ਲੱਗੇ ਸਿਮਰੰਤ ਹਰ ਨਾਮ, ਜੇਕਰ ਕਿ ਇਹ ਬੰਦੇ ਉਸ ਖੁਦਾ ਦੇ, ਉਸ ਪਰਮਾਤਮਾ ਦੇ ਨਾਮ ਨੂੰ ਯਾਦ ਕਰਨ। ਮਹਾਰਾਜ ਜੀ ਨੌਵੇਂ ਪਾਤਸ਼ਾਹ ਜੀ ਫਰਮਾ ਰਹੇ ਆ ਨਾ, ਜੇ ਘਟ ਸਿਮਰਨ ਆਰਾਮ ਕੋ, ਜਿਹੜੇ ਰੱਬ ਨੂੰ ਸਿਮਰਦੇ ਆ। ਤੇ ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਆ, ਕਹਿਣ ਲੱਗੇ ਜਿਹੜੇ ਸਿਮਰਨਗੇ ਉਹਨਾਂ ਦੇ ਦੁੱਖ ਦੂਰ ਹੋ ਜਾਣਗੇ, ਉਹਨਾਂ ਦੀ ਗਰੀਬੀ ਕੱਟੀ ਜਾਵੇਗੀ। ਇੱਕ ਭਾਈ ਲੱਖੂ ਜੀ ਹੋਇਆ, ਛੇਵੇਂ ਪਾਤਸ਼ਾਹ ਜੀ ਦੇ ਸਿੱਖ ਸੀ, ਤੇ ਛੇਵੇਂ ਪਾਤਸ਼ਾਹ ਜੀ ਦੇ ਸਿੱਖ ਬਾਅਦ ਚ ਬਣੇ। ਪੰਜਵੇਂ ਪਾਤਸ਼ਾਹ ਜੀ ਦੀ ਸੰਗਤ ਵਿੱਚ ਬਾਅਦ ਦੇ ਵਿੱਚ ਆਏ, ਤੇ ਜਦੋਂ ਪਹਿਲਾਂ ਦਾ ਉਹਨਾਂ ਦਾ ਜੀਵਨ ਵੇਖੀਏ ਨਾ, ਤੇ ਕਹਿਣ ਲੱਗੇ ਬੜੇ ਤਕੜੇ ਧਾੜਵੀ ਸਨ, ਰਾਹਗੀਰਾਂ ਨੂੰ ਲੁੱਟ ਲੈਂਦੇ ਸਨ, ਤੇ ਕਹਿਣ ਲੱਗੇ ਲੁੱਟ ਕੇ ਕਈਆਂ ਦਾ ਧਾਨ ਵੀ ਕਰ ਦਿੰਦੇ ਸਨ, ਮਾਰ ਵੀ ਦਿੰਦੇ। ਬੜੇ ਬੜੇ ਤਕੜੇ ਜਿਹੜੇ ਡਾਕੂ ਹੈ ਉਹ ਸੰਤ ਬਣੇ ਬਾਅਦ ਚ। ਉਹ ਕਹਿੰਦੇ ਜਾਂ ਤੇ ਕਹਿਣ ਲੱਗੇ ਰੱਬ ਦਾ ਸੰਤ ਉਹ ਬਣਦਾ ਜਿਹੜਾ ਬਹੁਤਾ ਵਿਗੜਿਆ ਤਿਗੜਿਆ ਹੋਵੇ, ਜਦੋਂ ਉਹਨੂੰ ਠੋਕਰ ਵੱਜਦੀ ਹੈ ਨਾ ਫਿਰ ਉਹ ਰੱਬ ਵਾਲੇ ਬੰਨੇ ਜਾਂਦਾ, ਤੇ ਬੜੀ ਪਰਪੱਕਤਾ ਨਾਲ ਜਾਂਦਾ ਜੇ। ਤੇ ਜਾਂ ਉਹ ਜਿਨ੍ਹਾਂ ਦੇ ਵਿੱਚ ਪਿਛਲੇ ਜਨਮ ਦੇ ਜਾਂ ਇਸ ਜਨਮ ਦੇ ਪ੍ਰਾਰੰਭ ਤੋਂ ਹੀ ਕਹਿਣ ਲੱਗੇ ਭਗਤੀ ਦੇ ਸੰਸਕਾਰ ਹੈ, ਬੰਦਗੀ ਦੇ ਜਿਨ੍ਹਾਂ ਦੇ ਮਨ ਦੇ ਵਿੱਚ ਲੱਛਣ ਆ ਜਾਂਦੇ ਆ, ਕਹਿਣ ਲੱਗੇ ਉਹੀ ਬੰਦੇ ਫਿਰ ਪਰਮਾਤਮਾ ਦੇ ਨਾਮ ਨੂੰ ਜਪਦੇ ਆ। ਨਾਨਕ ਜੈਸੇ ਕਾਸ਼ਟ ਭਸਮੰ ਕਰੂਤ, ਕਹਿਣ ਲੱਗੇ ਉਹਨਾਂ ਦੇ ਦੁੱਖ ਇਦਾਂ ਨਾਸ਼ ਹੋਣਗੇ। ਉਦਾਹਰਣ ਦਿੱਤੀ, ਕਹਿਣ ਲੱਗੇ ਜਿੱਦਾਂ ਬਾਲਣ ਲੱਕੜ ਅੱਗ ਦੇ ਵਿੱਚ ਪਾ ਦਈਏ ਤੇ ਲੱਕੜ ਕਹਿਣ ਲੱਗੇ ਸਾਰੀ ਸੜ ਜਾਂਦੀ, ਸੁਆਹ ਬਣ ਜਾਂਦੀ। ਕਾਸ਼ਟ ਦਾ ਅਰਥ ਹੁੰਦਾ ਲੱਕੜ। ਵੈਸੇ ਵੀ ਅੱਗ ਦੇ ਵਿੱਚ ਇੱਕ ਬੜੀ ਤਕੜੀ ਸ਼ਕਤੀ ਹੈ, ਜੋ ਵੀ ਚੀਜ਼ ਪਾਓਗੇ ਕਹਿਣ ਲੱਗੇ ਅੱਗ ਸਾੜ ਕੇ ਸੁਆਹ ਕਰ ਦੇਵੇਗੀ। ਕਹਿਣ ਲੱਗੇ ਰੱਬ ਦਾ ਨਾਮ ਵੀ ਇਦਾਂ ਆ, ਜਿਹੜਾ ਵੀ ਕੋਈ ਜਪ ਲਵੇ, ਭਾਵੇਂ ਕੋਈ ਬਹੁਤ ਵੱਡਾ ਪਾਪੀ ਹੋਵੇ, ਭਾਵੇਂ ਕੋਈ ਬਹੁਤ ਵੱਡਾ ਹਥਿਆਰਾ ਵੀ ਹੋਵੇ, ਕਹਿਣ ਲੱਗੇ ਉਹ ਬੰਦੇ ਮੁਕਤ ਹੋ ਜਾਣਗੇ, ਉਹ ਬੰਦੇ ਪਰਮਾਤਮਾ ਦੇ ਵਿੱਚ ਲੀਨ ਹੋ ਜਾਣਗੇ। ਪਰ ਸ਼ਰਤ ਇਹ ਹੈ ਉਹਨੂੰ ਜਪਣਾ ਪਵੇਗਾ, ਉਹਨੂੰ ਧਿਆਉਣਾ ਪਵੇਗਾ। ਤੇ ਜਪਣ ਵਾਸਤੇ ਕੀ ਕਰਨਾ? ਕਹਿਣ ਲੱਗੇ ਪਹਿਲਾਂ ਗੁਰੂ ਦੀ ਸ਼ਰਨ ਵਿੱਚ ਆਓਗੇ, ਫਿਰ ਗੁਰੂ ਨੂੰ ਆਪਣਾ ਸੀਸ ਨਵਾਓਗੇ, ਤੇ ਜੇਕਰ ਕਿ ਤੁਸੀਂ ਗੁਰੂ ਦੇ ਅੱਗੇ ਆ ਕੇ ਨਿਭ ਜਾਂਦੇ ਹੋ ਤੇ ਫਿਰ ਗੁਰੂ ਮਹਾਰਾਜ ਤੁਹਾਡੇ ਉੱਤੇ ਕਿਰਪਾ ਕਰਨਗੇ। ਮਹਾਰਾਜ ਜੀ ਦਾ ਇੱਕ ਬਚਨ ਆਉਂਦਾ, ਸ਼ੀਸ਼ ਨਵਾਉਣ ਦੇ ਪ੍ਰਥਾਏ। ਮਹਾਰਾਜ ਜੀ ਕਹਿੰਦੇ ਉਹਨਾਂ ਦੇ ਸਿਰ ਭਾਈ ਬੜੇ ਪਵਿੱਤਰ ਆ, ਬੜੇ ਉਹ ਚੰਗੇ ਐ। ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗੇ ਗੁਰ ਪੈਰੇ ਰਾ। ਕਹਿਣ ਲੱਗੇ ਆ ਉਹ ਸ਼ੀਸ, ਉਹ ਸਿਰ ਬਹੁਤ ਚੰਗਾ ਹੈ, ਜਿਹੜਾ ਸਿਰ ਜਾ ਕੇ ਗੁਰੂ ਦੀ ਪੈਰਾਂ ਵਿੱਚ ਲੱਗ ਜਾਂਦਾ। ਪੰਜਵੇਂ ਪਾਤਸ਼ਾਹ ਜੀ ਦਾ ਆਪਾਂ ਕਈ ਵਾਰ ਹੁਕਮਨਾਮਾ ਸੁਣਦੇ ਹਾਂ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਮਹਾਰਾਜ ਜੀ ਫਰਮਾਉਂਦੇ ਭਾਈ
ਨਮਸਕਾਰ ਕਰਿਆ ਕਰ। ਕਿਹਨੂੰ ਨਮਸਕਾਰ ਕਰਿਆ ਕਰ? ਕਹਿੰਦੇ ਗੁਰੂ ਨੂੰ ਨਮਸਕਾਰ ਕਰਿਆ ਕਰ। ਵੈਸੇ ਵੀ ਜਿਹੜੀ ਨਮਸਕਾਰ ਹੈ ਨਾ ਜੀ, ਇਹ ਨਮਸਕਾਰ ਜਾਂ ਤਾਂ ਉਹਨਾਂ ਨੂੰ ਹੁੰਦੀ ਆ ਜਿਹੜੇ ਆਪਣੇ ਤੋਂ ਗੁਨਾਹ ਕਰਕੇ ਵੱਡੇ ਆ, ਤੇ ਜਾਂ ਕਹਿਣ ਲੱਗੇ ਜਿਹੜੇ ਸਾਡੇ ਤੋਂ ਉਮਰ ਕਰਕੇ ਵੱਡੇ ਆ। ਹਰੇਕ ਧਰਮ ਦੇ ਵਿੱਚ ਇਹ ਸ਼ਬਦ ਵਰਤੇ ਜਾਂਦੇ ਆ। ਕਈ ਸਲਾਮ ਕਹਿੰਦੇ ਆ, ਕੋਈ ਨਮਸਕਾਰ ਕਹਿੰਦੇ ਆ, ਕੋਈ ਮਸਤਕ ਟੇਕਣਾ ਕਹਿ ਦਿੰਦੇ ਆ, ਕੋਈ ਆਦੇਸ਼ ਵੀ ਕਹਿੰਦੇ ਆ। ਭਾਵ ਸਾਰਿਆਂ ਦਾ ਇੱਕ ਹੈ। ਇਹਦਾ ਅਰਥ ਇਹ ਹੁੰਦਾ ਵੀ ਝੁਕਣਾ, ਅਗਲੇ ਨੂੰ ਸਤਿਕਾਰ ਦੇਣਾ। ਤੇ ਗੁਰਸਿੱਖ ਨੇ ਸਭ ਤੋਂ ਜ਼ਿਆਦਾ ਸਤਿਕਾਰ ਕਿਹਨੂੰ ਦੇਣਾ? ਕਹਿਣ ਲੱਗੇ ਆਪਣੇ ਗੁਰੂ ਨੂੰ ਦੇਣਾ। ਕਿਹਦੇ ਅੱਗੇ ਝੁਕਣਾ? ਕਹਿਣ ਲੱਗੇ ਗੁਰੂ ਦੇ ਅੱਗੇ ਝੁਕਣਾ। ਤੇ ਤੁਹਾਡੇ ਮਨ ਦੇ ਵਿੱਚ ਇੱਕ ਸਵਾਲ ਆਵੇਗਾ ਕਿ ਤੁਸੀਂ ਸੋਚ ਰਹੇ ਹੋਗੇ ਬਈ ਇੱਕ ਸ਼ਬਦ ਆਉਂਦਾ ਆ, ਉਹ ਕਿਹੜਾ? ਕਹਿਣ ਲੱਗੇ ਅਪਰਾਧੀ ਦੂਣਾ ਨਿਵੈ। ਤੂੰ ਨਿਵਣ ਦੀ ਗੱਲ ਕਰਦਾ? ਜਿਹੜੇ ਅਪਰਾਧੀ ਬੰਦੇ ਆ ਕਹਿਣ ਲੱਗੇ ਉਹ ਬਹੁਤ ਜ਼ਿਆਦਾ ਨਿਵਦੇ ਆ। ਜੋ ਹੰਤਾ ਮਿਰਗਾ ਹੈ, ਜਿਹੜੇ ਮਿਰਗ ਦਾ, ਹਿਰਨ ਦਾ ਸ਼ਿਕਾਰ ਕਰਦੇ ਆ ਨਾ, ਹੁਣ ਜਿਹੜੇ ਨਿਸ਼ਾਨਚੀ ਲੋਕ ਆ ਉਹਨਾਂ ਨੂੰ ਝੁਕ ਕੇ ਨਿਸ਼ਾਨਾ ਲਾਉਣਾ ਪੈਂਦਾ, ਜਾਂ ਕਈਆਂ ਨੂੰ ਕਹਿਣ ਲੱਗੇ ਲੰਮੇ ਪੈ ਕੇ ਵੀ ਨਿਸ਼ਾਨਾ ਲਾਉਣਾ ਪੈਂਦਾ ਕਿਤੇ ਦਿਸ ਨਾ ਜਾਈਏ। ਸ਼ਿਕਾਰੀ ਲੋਕ ਵੀ ਕਹਿਣ ਲੱਗੇ ਝੁਕਦੇ ਆ। ਮਹਾਰਾਜ ਜੀ ਫਰਮਾਉਂਦੇ ਭਾਈ ਝੁਕਦੇ ਤਾਂ ਹਨ। ਹਾਂ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਉਹ ਝੁਕਦੇ ਆ। ਸੀਸ ਨਵਾਈਆ ਕਿਆ ਥੀਆ ਜਾਰੀ ਦੇ ਇੱਕ ਸੁਦੇ। ਪਰ ਕਹਿਣ ਲੱਗੇ ਉਹਨਾਂ ਦਾ ਝੁਕਣਾ ਹੋਰ ਤਰ੍ਹਾਂ ਦਾ, ਉਹਨਾਂ ਦਾ ਹਿਰਦਾ ਜਿਹੜਾ ਟੇਢਾ ਆ ਭਾਈ, ਝੁਕਦੇ ਆ ਉਹ ਵੀ, ਪਰ ਉਹਨਾਂ ਦਾ ਝੁਕਣਾ ਬਹੁਤ ਟੇਢਾ। ਭਗਤ ਫਰੀਦ ਸਾਹਿਬ ਜੀ ਦੇ ਬੜੇ ਸੋਹਣੇ ਬਚਨਾਂ ਨੇ ਸੀਸ ਨਵਾਉਣ ਦੇ ਪ੍ਰਥਾਏ। ਫਰੀਦਾ ਉੱਠ ਫਰੀਦਾ ਉਜੂ ਸਾਜ ਸੁਬਹ ਨਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਬੜੇ ਕਠਨ ਉਹਨਾਂ ਨੇ ਬੜੇ ਕਠਨ ਬਚਨ ਬੋਲੇ ਉੱਥੇ। ਕਹਿਣ ਲੱਗਾ ਐ ਗੁਰੂ ਕੇ ਪਿਆਰ ਵਾਲਿਆ, ਐ ਖੁਦਾ ਨੂੰ ਪ੍ਰੇਮ ਕਰਨ ਵਾਲਿਆ, ਉੱਠ ਤੇਰੀ ਇਬਾਦਤ ਦਾ ਸਮਾਂ ਹੋ ਗਿਆ। ਉਜੂ ਕਰ ਲੈ, ਜਿੱਦਾਂ ਆਪਾਂ 5 ਇਸ਼ਨਾਨਾਂ ਕਰਦੇ ਹਾਂ ਨਾ, ਵੀ ਹੱਥ ਮੂੰਹ ਪੈਰ ਧੋਣੇ, ਇਹਦਾ ਰੱਬ ਦੇ ਨਾਮ ਤੋਂ ਪਹਿਲਾਂ ਕਹਿਣ ਲੱਗੇ ਉਜੂ ਕਰ। ਤੇ ਉਜੂ ਕਿੱਦਾਂ ਹੋਵੇਗਾ? ਕਹਿਣ ਲੱਗੇ ਆ ਉਜੂ ਤਾਂ ਹੋਵੇਗਾ ਉਸ ਰੱਬ ਨੂੰ ਦੇ ਅੱਗੇ ਸੀਸ ਝੁਕਾ। ਤੇ ਉਹਨਾਂ ਨੂੰ ਪੁੱਛਿਆ ਜੀ ਜੇ ਕੋਈ ਸੀਸ ਨਾ ਝੁਕਾਵੇ ਫੇਰ? ਕਹਿਣ ਲੱਗੇ ਜਿਹੜੇ ਬੰਦੇ ਰੱਬ ਦੇ ਅੱਗੇ, ਖੁਦਾ ਦੇ ਅੱਗੇ ਕਹਿਣ ਲੱਗੇ ਸੀਸ ਨਹੀਂ ਨਾ ਝੁਕਾਉਂਦੇ, ਉਹ ਸਿਰ ਕਹਿਣ ਲੱਗੇ ਫਿਰ ਕਾਪੇ ਦੇ ਨਾਲ ਉਤਾਰ ਦੇਣੇ ਚਾਹੀਦੇ ਆ। ਇੱਕ ਬਚਨ ਹੋਰ ਆਇਆ ਉਹਨਾਂ ਦਾ ਕਿ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੈ ਕਾਏ, ਕੁੰਨਾ ਹੇਠ ਜਲਾਈਐ ਬਾਲਨ ਸੰਧੈ ਥਾਂ। ਕਹਿਣ ਲੱਗੇ ਜਿਹੜਾ ਸਿਰ ਰੱਬ ਦੇ ਅੱਗੇ ਨਾ ਝੁਕੇ, ਉਹ ਸਿਰ ਦਾ ਕਰਨਾ ਵੀ ਕੀ ਹੈ? ਕਹਿਣ ਲੱਗੇ ਉਹਨੂੰ ਤੇ ਫਿਰ ਇਦਾਂ ਕਰੇ। ਕਹਿਣ ਲੱਗੇ ਜਿੱਦਾਂ ਅੱਗ ਦੇ ਵਿੱਚ ਭੋਜਨ ਬਣਦਾ ਨਾ, ਤੇ ਉਹਦੇ ਵਾਸਤੇ ਕੀ ਕਰਨਾ ਪੈਂਦਾ? ਕਹਿਣ ਲੱਗੇ ਬਾਲਣ ਲਾਉਣਾ ਪੈਂਦਾ। ਕਹਿਣ ਲੱਗੇ ਉਹ ਜਿਹੜਾ ਬੰਦੇ ਦਾ ਸਿਰ ਆ ਨਾ, ਕਹਿਣ ਲੱਗੇ ਭੱਠੀ ਦੇ ਵਿੱਚ ਝੋਕ ਦੇਣਾ ਚਾਹੀਦਾ, ਜਿਹੜਾ ਰੱਬ ਦੇ ਅੱਗੇ ਨਹੀਂ ਜੇ ਝੁਕਦਾ, ਜਿਹੜਾ ਰੱਬ ਦੇ ਅੱਗੇ ਆ ਕੇ ਨਹੀਂ ਝੁਕਦਾ, ਜਿਹੜਾ ਇੱਥੇ ਵੀ ਆ ਕੇ ਹੰਕਾਰ ਕਰਦਾ। ਮਹਾਰਾਜ ਜੀ ਦੇ 10ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਮਹਾਰਾਜ ਜੀ ਦੀ ਸਿਫਤ ਸੁਣੀ ਇੱਕ ਕਾਜੀ ਨੇ, ਗੁਰ ਇਤਿਹਾਸ ਦੇ ਵਿੱਚ ਉਹਦਾ ਨਾਮ ਆਉਂਦਾ ਸਲਾਰਦੀਨ ਕਾਜੀ। ਉਹ ਮਹਾਰਾਜ ਜੀ ਕੋਲ ਆਇਆ ਤੇ ਜਦੋਂ ਆ ਕੇ ਕਹਿਣ ਲੱਗੇ, ਕੋਲ ਆ ਕੇ ਬੈਠ ਗਿਆ ਤੇ ਕੀ ਵੇਖਦਾ ਬਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਆਉਂਦੀਆਂ ਤੇ ਗੁਰੂ ਨੂੰ ਮੱਥਾ ਟੇਕਦੀਆਂ। ਕਈਆਂ ਦੇ ਮਨ ਦੇ ਵਿੱਚ ਇਹ ਫੁਰਨਾ ਆ ਜਾਂਦਾ ਹੈ, ਕਈਆਂ ਦੇ ਮਨ ਦੇ ਵਿੱਚ ਬੜੇ ਸਵਾਲ ਆਉਂਦੇ ਆ। ਕਹਿਣ ਲੱਗੇ ਕਾਜੀ ਦੇ ਮਨ ਦੇ ਵਿੱਚ ਵੀ ਕਹਿਣ ਲੱਗੇ ਸਵਾਲ ਉੱਠੇ। ਕਾਜੀ ਮਨ ਦੇ ਵਿੱਚ ਸੋਚਦਾ, ਇੰਨੇ ਲੋਕ ਗੁਰੂ ਨੂੰ ਮੱਥਾ ਟੇਕਦੇ, ਇਹ ਦੁਨੀਆ ਦੇ ਵਿੱਚ ਦੁਖੀ ਵੀ ਹੋ ਸਕਦੇ ਆ, ਇਹ ਦੁਨੀਆ ਵਿੱਚ ਰੋਗੀ ਵੀ ਹੋ ਸਕਦੇ ਆ, ਬੜੇ ਤਰ੍ਹਾਂ ਦੇ ਲੋਕ ਗੁਰੂ ਮਹਾਰਾਜ ਜੀ ਕੋਲ ਆਉਂਦੇ। ਮਨ ਦੇ ਵਿੱਚ ਇਹ ਖਿਆਲ ਆਇਆ ਕਿ ਜੇਕਰ ਕਿ ਗੁਰੂ ਮਹਾਰਾਜ ਨੂੰ ਇਹ ਸਾਰੇ ਮੱਥਾ ਟੇਕਦੇ ਆ ਤੇ ਜੇਕਰ ਕਿ ਮਹਾਰਾਜ ਜੀ ਇਹਨਾਂ ਦੇ ਕਰਮਾਂ ਨੂੰ ਮਿਟਾਉਂਦੇ ਆ ਤੇ ਕਹਿਣ ਲੱਗੇ ਫਿਰ ਇਹ ਰੱਬ ਦੀ ਰਜ਼ਾ ਦੇ ਵਿੱਚ ਰਹਿਣ ਵਾਲੀ ਗੱਲ ਨਹੀਂ ਹੈ, ਇਹ ਰੱਬ ਦਾ ਸ਼ਰੀਕ ਹੋਣਾ। ਤੇ ਜੇਕਰ ਕਿ ਇਹ ਮੱਥਾ ਟੇਕਦੇ ਆ ਤੇ ਜੇਕਰ ਕਿ ਦੂਜੇ ਤਰਫੇ ਮਹਾਰਾਜ ਇਹਨਾਂ ਦੇ ਦੁੱਖ ਦੂਰ ਨਹੀਂ ਕਰਦੇ ਤੇ ਕਹਿਣ ਲੱਗੇ ਫਿਰ ਮੱਥਾ ਟੇਕਣ ਦਾ ਲਾਭ ਕੀ ਹੈ, ਫਾਇਦਾ ਕੀ ਹੈ। ਸਵਾਲ ਦੋਵੇਂ ਹੀ ਜੈਨੂਇਨ ਹੈ, ਵਜਨਦਾਰ ਹੈ। ਆਪਾਂ ਸਾਰੇ ਆਉਂਦੇ ਆ ਤੇ ਮੱਥਾ ਟੇਕਦੇ ਆ। ਇਹ ਵੀ ਗੱਲ ਕਹੀ ਜਾਂਦੀ ਹੈ ਬਈ ਜੋ ਕਰਮਾਂ ਦੇ ਵਿੱਚ ਲਿਖਿਆ ਉਹ ਤੈਨੂੰ ਮਿਲੇਗਾ, ਮੱਥਾ ਜੋ ਲਿਖਿਆ। ਕਈ ਤਰਕ ਵੀ ਕਰਦੇ ਆ ਜੀ ਇਹਨਾਂ ਗੱਲਾਂ ਉੱਤੇ। ਤੇ ਜੇਕਰ ਕਿ ਉਹੀ ਭੋਗਣਾ ਫਿਰ ਮੱਥੇ ਟੇਕਣ ਦੀ ਕੀ ਲੋੜ ਹੈ। ਸਵਾਲ ਤੇ ਦੋਵੇਂ ਵਾਜਬ ਹੈ। ਕਹਿੰਦੇ ਕਾਜੀ ਦੇ ਮਨ ਦੇ ਵਿੱਚ ਇਹ ਜਦੋਂ ਵਿਚਾਰ ਚੱਲ ਰਹੇ ਸਨ ਤੇ ਮਹਾਰਾਜ ਜੀ ਮੁਸਕਰਾ ਪਏ, ਉੱਥੇ ਥੋੜੇ ਜਿਹੇ ਖੁਸ਼ ਹੋਏ, ਹੱਸਣ ਲੱਗ ਪਏ। 10ਵੇਂ ਪਾਤਸ਼ਾਹ ਗਰੀਬ ਨਵਾਜ਼ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਖੁਸ਼ ਵੇਖ ਕੇ ਕਾਜੀ ਗੁਰੂ ਮਹਾਰਾਜ ਦੇ ਚਿਹਰੇ ਵੱਲ ਵੇਖਦਾ ਤੇ ਜਦੋਂ ਚਿਹਰੇ ਵੱਲ ਵੇਖਦਾ ਤੇ ਮਹਾਰਾਜ ਜੀ ਮੁਸਕਰਾ ਕੇ ਕਹਿੰਦੇ, ਕਾਜੀ ਜੀ ਕੀ ਮਨ ਦੇ ਵਿੱਚ ਸੋਚਾਂ ਸੋਚ ਰਹੇ ਹੋ। ਜਦੋਂ ਮਹਾਰਾਜ ਜੀ ਨੇ ਇਤਨੇ ਬਚਨ ਕੀਤੇ, ਕਹਿਣ ਲੱਗੇ, ਕਾਜੀ ਕੰਬ ਗਿਆ ਉਸੇ ਸਮੇਂ। ਕਹਿੰਦਾ ਮੈਂ ਤੇ ਦਿਲ ਦੇ ਵਿੱਚ ਸੋਚ ਰਿਹਾ, ਗੁਰੂ ਨੂੰ ਕਿੱਦਾਂ ਪਤਾ ਲੱਗ ਗਿਆ ਕਿ ਮੈਂ ਕੀ ਸੋਚ ਰਿਹਾ। ਕਿਉਂਕਿ ਅਸੀਂ ਵਿਸ਼ਵਾਸ ਉਹਨਾਂ ਚਿਰ ਨਹੀਂ ਕਰਦੇ ਜਿੰਨਾ ਚਿਰ ਅਗਲੇ ਨੂੰ ਕੋਈ ਚੀਜ਼ ਬੋਲ ਕੇ ਨਾ ਦੱਸੀ, ਅਗਲੇ ਨੂੰ ਪਤਾ ਨਹੀਂ ਲੱਗਦੀ। ਅੰਦਰ ਥੋੜਾ ਜਿਹਾ ਹਿੱਲਿਆ, ਕਹਿਣ ਲੱਗੇ, ਜਦੋਂ ਅੰਦਰ ਹਿੱਲਿਆ ਤੇ ਕਹਿਣ ਲੱਗੇ ਆਪਣੇ ਆਪ ਸਿਰ ਝੁਕ ਗਿਆ ਕਾਜੀ ਦਾ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਐ ਕਲਗੀਧਰ ਪਾਤਸ਼ਾਹ ਜੇ ਪਤਾ ਹੀ ਲੱਗ ਗਿਆ ਤੇ ਮੇਰੇ ਸਵਾਲਾਂ ਦਾ ਜਵਾਬ ਦੇ ਦੇ। ਮੇਰੇ ਮਨ ਦੇ ਵਿੱਚ ਸ਼ੰਕਾ ਹੈ, ਐ ਕਲਗੀਧਰ ਪਾਤਸ਼ਾਹ ਇਸ ਸ਼ੰਕੇ ਨੂੰ ਦੂਰ ਕਰੋ। ਤੇ ਗੁਰੂ ਮਹਾਰਾਜ ਜੀ ਨੇ ਉਸੇ ਸਮੇਂ ਕਹਿਣ ਲੱਗੇ, ਆਪਣੇ ਇੱਕ ਸਿੱਖ ਨੂੰ ਭੇਜਿਆ, ਕਹਿੰਦੇ ਜਾਓ ਤੋਸੇ ਖਾਨੇ ਵਿੱਚੋਂ ਕਹਿਣ ਲੱਗੇ ਇੱਕ ਕਾਗਜ਼, ਇੱਕ ਮੋਹਰ ਤੇ ਸਿਆਹੀ ਲੈ ਕੇ ਆਓ। ਕਹਿਣ ਲੱਗੇ ਸੇਵਕ ਗਿਆ, ਜਾ ਕੇ ਕਾਗਜ਼ ਮੋਹਰ ਤੇ ਸਿਆਹੀ ਲੈ ਆਇਆ ਤੇ ਗੁਰੂ ਮਹਾਰਾਜ ਜੀ ਨੇ ਮੋਹਰ ਫੜਾਈ ਕਾਜੀ ਦੇ ਹੱਥਾਂ ਵਿੱਚ। ਕਹਿਣ ਲੱਗੇ, ਐ ਕਾਜੀ ਇਸ ਮੋਹਰ ਦੇ ਅੱਖਰ ਪੜ੍ਹ ਲੈ। ਤੇ ਮੋਹਰ ਵੱਲ ਵੇਖ ਕੇ ਕਾਜੀ ਕਹਿੰਦਾ, ਮਹਾਰਾਜ ਜਿਹੜੇ ਮੋਹਰ ਦੇ ਅੱਖਰ ਹੁੰਦੇ ਆ ਉਹ ਉਲਟੇ ਹੁੰਦੇ ਆ, ਪੜ੍ਹਨੇ ਬਹੁਤ ਕਠਿਨ ਹੈ, ਇਹ ਨਹੀਂ ਕੋਈ ਪੜ੍ਹ ਸਕਦਾ।
ਇਹਦੇ ਉੱਤੇ ਲਿਖਿਆ ਹੀ ਬਹੁਤ ਕੁਛ ਹੈ। ਕਹਿੰਦੇ ਚਲੋ ਫੜਾ। ਮਹਾਰਾਜ ਜੀ ਨੇ ਮੋਹਰ ਫੜੀ, ਸਿਆਹੀ ਲਾਈ ਤੇ ਸ਼ਾਹੀ ਲਾ ਕੇ ਕਹਿਣ ਲੱਗੇ ਕਾਗਜ਼ ਉੱਤੇ ਥੱਪਾ ਲਾ ਦਿੱਤਾ। ਜਦੋਂ ਠੱਪਾ ਲੱਗ ਗਿਆ ਮਹਾਰਾਜ ਜੀ ਕਹਿੰਦੇ ਹੁਣ ਪੜ੍ਹ ਲਿਆ। ਜੋ ਅੱਖਰ ਲਿਖੇ ਸਨ ਕਾਜੀ ਨੇ ਉਹ ਪੜ੍ਹ ਲਏ। ਤੇ ਮਹਾਰਾਜ ਜੀ ਕਹਿੰਦੇ ਐ ਕਾਜੀ ਤੇਰੀ ਗੱਲਾਂ ਦਾ ਜਵਾਬ ਦਿੱਤਾ ਏ। ਕਹਿੰਦਾ ਜੀ ਸਮਝਿਆ ਨਹੀਂ ਮੈਂ। ਤੇ ਮਹਾਰਾਜ ਜੀ ਫਰਮਾਉਂਦੇ ਐ ਐ ਕਾਜੀ ਤੇਰੇ ਮਨ ਦੇ ਵਿੱਚ ਇਹ ਸਵਾਲ ਸੀ ਨਾ ਕਿ ਲੋਕੀ ਆ ਕੇ ਮੱਥਾ ਟੇਕਦੇ ਐ ਤੇ ਜੇਕਰ ਕਿ ਗੁਰੂ ਉਹਨਾਂ ਦੇ ਕਰਮਾਂ ਨੂੰ ਮਿਟਾਉਂਦਾ ਤੇ ਇਹ ਰੱਬ ਦਾ ਸ਼ਰੀਕ ਹੈ, ਇਹ ਰੱਬ ਦੀ ਰਜ਼ਾ ਦੇ ਵਿੱਚ, ਇਹ ਰੱਬ ਦੀ ਰਜ਼ਾ ਤੋਂ ਉਲਟ ਗੱਲ ਹੈ। ਕਹਿਣ ਲੱਗੇ ਕਾਜੀ ਅਸੀਂ ਬੰਦੇ ਦੇ ਲੇਖਾਂ ਨੂੰ ਮਿਟਾਉਂਦੇ ਨਹੀਂ, ਇਹ ਤਾਂ ਪੁੱਠੇ ਆ, ਇਹਨਾਂ ਨੂੰ ਸਿੱਧਾ ਕਰਦੇ ਆ। ਅਸੀਂ ਤਾਂ ਮੱਥੇ ਦੇ ਰੇਖਾਵਾਂ ਨੂੰ ਕਹਿੰਦੇ ਸਿੱਧੀਆਂ ਕਰਦੇ ਆ, ਜੇ ਡੇਂਗੀ ਟੇਡੀਆਂ ਡਿੰਗੀਆਂ ਹੋਈਆਂ ਫਿਰਦੀਆਂ। ਇਸ ਕਰਕੇ ਜਿਹੜੇ ਪੁਰਾਣੇ ਸਿੱਖ ਸੀ ਨਾ ਉਹ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਆਪਣਾ ਮੱਥਾ ਰਗੜਦੇ ਸੀ। ਉਹਦਾ ਇੱਕ ਕਾਰਨ ਸੀ ਕਿ ਇਹ ਪਰਮਾਤਮਾ ਇਹ ਜਿਹੜੀਆਂ ਮੱਥੇ ਦੀਆਂ ਰੇਖਾਵਾਂ ਨਾ ਇਹ ਕਹਿਣ ਲੱਗੇ ਸਿੱਧੀਆਂ ਹੋ ਜਾਣ। ਇਹ ਬਖਸ਼ਿਸ਼ ਸਿਰਫ ਤੇਰੇ ਵਿੱਚ ਹੈ, ਤੇਰੇ ਚਰਨਾਂ ਦੇ ਵਿੱਚ ਹੈ, ਹੋਰ ਕੋਈ ਇਹਨਾਂ ਰੇਖਾਵਾਂ ਨੂੰ ਸਿੱਧਿਆਂ ਨਹੀਂ ਕਰ ਸਕਦਾ। ਜਿਨ੍ਹਾਂ ਨੇ ਮੁਰਦੇ ਦੀ ਖੋਪੜੀ ਵੇਖੀ ਆ ਨਾ ਜੀ, ਬਹੁਤਾਤ ਵਿੱਚ ਨਹੀਂ ਆਪਾਂ ਵੇਖਦੇ, ਕਹਿੰਦੇ ਵੀ ਉਹ ਜਿਹੜੀ ਖੋਪੜੀ ਹੁੰਦੀ ਆ ਉਹਦੇ ਮਸਤਕ ਵੱਲ ਵੇਖੋਗੇ ਉੱਥੇ ਬਹੁਤ ਸਾਰੀਆਂ ਝਰੀਟਾਂ ਵੱਜੀਆਂ ਹੁੰਦੀਆਂ। ਤੇ ਜਿਹੜੇ ਵਿਦਵਾਨ ਲੋਕ ਆ ਉਹ ਕਹਿੰਦੇ ਵੀ ਇਹ ਕਰਮਾਂ ਦਾ ਲੇਖਾ ਜੋਖਾ। ਮਹਾਰਾਜ ਜੀ ਫਰਮਾਉਂਦੇ ਕਹਿਣ ਲੱਗੇ ਐ ਕਾਜੀ ਜਿਹੜੇ ਲੋਕ ਆ ਕੇ ਨਮਸਕਾਰਾਂ ਕਰਦੇ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਦੇ ਉੱਤੇ, ਉਹਨਾਂ ਦੀਆਂ ਪੁੱਠੀਆਂ ਰੇਖਾਵਾਂ ਵੀ ਕਹਿਣ ਲੱਗੇ ਸਿੱਧੀਆਂ ਹੋ ਜਾਂਦੀਆਂ। ਇਸ ਕਰਕੇ ਗੁਰੂ ਦੇ ਅੱਗੇ ਨਮਸਕਾਰ ਜ਼ਰੂਰ ਕਰਨੀ ਚਾਹੀਦੀ ਹੈ, ਗੁਰੂ ਦੇ ਅੱਗੇ ਝੁਕਣਾ ਜ਼ਰੂਰ ਚਾਹੀਦਾ। ਜਿਹੜੇ ਬੰਦੇ ਗੁਰੂ ਦੇ ਅੱਗੇ ਨਹੀਂ ਨਾ ਝੁਕਦੇ ਉਹ ਕਹਿਣ ਲੱਗੇ ਕਦੀ ਰੱਬ ਦਾ ਸਿਮਰਨ ਨਹੀਂ ਜੇ ਕਰ ਸਕਦੇ। ਇਸ ਦਰ ਦੇ ਅੱਗੇ ਜਿਹੜੇ ਝੁਕ ਗਏ ਉਹਨਾਂ ਨੂੰ ਸਭ ਕੁਝ ਮਿਲ ਗਿਆ। ਉਹਨਾਂ ਦੇ ਮਹਾਰਾਜ ਜੀ ਨੇ ਬੇੜੇ ਪਾਰ ਲਾ ਦਿੱਤੇ ਜਿਹੜੇ ਝੁਕ ਗਏ ਇਸ ਦਰ ਦੇ ਅੱਗੇ। ਇਸ ਲਈ ਗੁਰੂ ਦੇ ਸਿਮਰਨ ਤੋਂ ਪਹਿਲਾਂ ਆ ਕੇ ਗੁਰੂ ਨੂੰ ਨਮਸਕਾਰ ਕਰੋ। ਨਮਸਕਾਰ ਕਰਕੇ ਜਦੋਂ ਤੁਸੀਂ ਗੁਰੂ ਦੇ ਸਿਮਰਨ ਨੂੰ ਆਰੰਭ ਕਰੋਗੇ ਗੁਰੂ ਮਹਾਰਾਜ ਜੀ ਤੁਹਾਡੇ ਮਨ ਦੇ ਫੁਰਨਿਆਂ ਨੂੰ ਵੀ ਕਹਿਣ ਲੱਗੇ ਮਿਟਾ ਦੇਣਗੇ, ਜਿਹੜੇ ਕਦੀ ਮਿਟਦੇ ਹੀ ਨਹੀਂ ਆ। ਤੇ ਮਹਾਰਾਜ ਜੀ ਇਸ ਸ਼ਬਦ ਦੇ ਵਿੱਚ ਫਰਮਾ ਰਹੇ ਆ ਜਿਹੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ। ਉਹ ਕਹਿਣ ਲੱਗੇ ਮਨੁੱਖ ਮੁਕਤ ਹੈ ਜਿਹੜੇ ਤੇਰੀ ਬੰਦਗੀ ਨੂੰ ਕਰਦੇ ਆ। ਤੇਹ ਨਰ ਹਰ ਅੰਤਰ ਨਹੀਂ, ਕਹਿਣ ਲੱਗੇ ਉਹਨਾਂ ਵਿੱਚ ਤੇ ਰੱਬ ਦੇ ਵਿੱਚ ਕਹਿਣ ਲੱਗੇ ਕੋਈ ਫਰਕ ਨਹੀਂ ਜੇ ਰਹਿ ਜਾਂਦਾ। ਉਹ ਇੱਕ ਮਿਕ ਹੋ ਜਾਂਦੇ ਆ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਕਹਿਣ ਲੱਗੇ ਗੁਰੂ ਤੇ ਗੁਰੂ ਕਾ ਸਿੱਖ ਇੱਕ ਹੋ ਗਏ ਹੈ। ਹਰ ਹਰ ਜਨ ਤੋਂ ਏਕ ਹੈ, ਬਿਬ ਵਿਚਾਰ ਕਛ ਨਾ ਹੈ। ਜਲ ਤੇ ਉਪੈ ਤਰੰਗ ਜਿਉ, ਜਲ ਹੀ ਵਿਖੈ ਸਮਾਏ। ਉਹਨਾਂ ਦੀ ਹਾਲਤ ਤਾਂ ਇਹੋ ਜਿਹੀ ਹੋ ਜਾਂਦੀ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਭਗਤ ਸਾਹਿਬ ਜੀ ਫਰਮਾਉਂਦੇ ਆ ਕਣਕ ਕਟਕ ਜਲ ਤਰੰਗ ਜੈਸਾ। ਕਹਿਣ ਲੱਗੇ ਉਹਨਾਂ ਦੀ ਹਾਲਤ ਇਦਾਂ ਦੀ ਆ ਜਿੱਦਾਂ ਪਾਣੀ ਤੇ ਸਿਉਨੇ ਦੀ ਆ। ਕਈ ਵਾਰ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ, ਅਸੀਂ ਕਹਿੰਦੇ ਆ ਵੀ ਇਹ ਲਹਿਰਾਂ ਸਮੁੰਦਰ ਤੋਂ ਵੱਖਰੀਆਂ, ਪਰ ਜਦੋਂ ਡਿੱਗਦੀਆਂ ਕਹਿਣ ਲੱਗੇ ਉਹ ਪਾਣੀ ਦਾ ਰੂਪ ਹੀ ਹੋ ਜਾਂਦੀਆਂ। ਗਲਾਂ ਦੇ ਵਿੱਚ ਹਾਰ ਪਏ ਐ, ਹੱਥਾਂ ਦੇ ਵਿੱਚ ਮੁੰਦੀਆਂ ਪਾਈਆਂ ਸਿਉਨੇ ਦੀਆਂ, ਤੇ ਇੱਕ ਪਾਸੇ ਸਿਉਨਾ ਪਿਓਰ ਗੋਲਡ ਰੱਖ ਦਈਏ, ਪਰ ਕਹਿਣ ਲੱਗੇ ਦੂਜੇ ਪਾਸੇ ਉਹਦੀਆਂ ਮੁੰਦੀਆਂ ਬਣਾ ਲਏ। ਬੰਦਾ ਫਰਕ ਸਮਝਣ ਲੱਗ ਪੈਂਦਾ ਜੀ ਇਹ ਮੁੰਦੀ ਹੈ ਇਹ ਹਾਰ ਆ। ਪਰ ਜੇਕਰ ਕੀ ਵਿਚਾਰ ਕਰਕੇ ਵੇਖੀਏ ਤੇ ਕਹਿਣ ਲੱਗੇ ਹੈ ਤੇ ਸਿਉਨਾ ਹੀ ਆ ਨਾ।
ਵਿੱਚ ਦੇ ਸਿਉਣਾ ਹੀ ਆ, ਉਹਦੇ ਵਿੱਚ ਤੇ ਕੋਈ ਫਰਕ ਨਹੀਂ। ਇਸ ਲਈ ਜਿਨ੍ਹਾਂ ਨੇ ਬੰਦਗੀ ਕੀਤੀ ਹੈ, ਕਹਿਣ ਲੱਗੇ ਉਹਨਾਂ ਦੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਅਬ ਤੋ ਜਾਏ ਚੜਾ ਸਿੰਘਾਸਨ, ਮਿਲ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਨ। ਕਹਿਣ ਲੱਗੇ ਹੁਣ ਤੇ ਅਸੀਂ ਉਸ ਸਿੰਘਾਸਨ ਉੱਤੇ ਚੜ ਗਏ ਹਾਂ, ਹੁਣ ਤੇ ਅਸੀਂ ਆਤਮਕ ਉਡਾਰੀ ਮਾਰ ਲਈ ਹੈ। ਕਹਿਣ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ, ਕਹਿਣ ਲੱਗੇ ਹੁਣ ਮੇਰੇ ਵਿੱਚ ਇੱਕ ਪਰਮਾਤਮਾ ਤੇਰੇ ਵਿੱਚ ਕੋਈ ਫਰਕ ਹੀ ਨਹੀਂ ਰਹਿ ਗਿਆ। ਅਗਲਾ ਬਚਨ ਗੁਰੂ ਮਹਾਰਾਜ ਜੀ ਦਾ, ਏਕ ਭਗਤ ਭਗਵਾਨ ਜੇ ਪ੍ਰਾਨੀ ਕੈ ਨਾਹੇ ਮਨ। ਇੱਕ ਕਹਿਣ ਲੱਗੇ ਪਰਮਾਤਮਾ ਇੱਕ ਹੈ, ਉਹਦੀ ਕਹਿਣ ਲੱਗੇ ਭਗਤ ਭਗਵਾਨ ਜਿਹੜਾ ਉਹਦੀ ਬੰਦਗੀ ਕਰਨ ਵਾਲੇ, ਉਹਦੀ ਬੰਦਗੀ ਕਰਨੀ ਚਾਹੀਦੀ ਉਸ ਅਕਾਲ ਪੁਰਖ ਪਰਮਾਤਮਾ ਦੀ। ਜੇ ਪ੍ਰਾਨੀ ਕੈ ਨਾਹੇ ਮਨ, ਉਹ ਇੱਕ ਹੈ, ਪਰ ਜੇਕਰ ਕਿ ਕੋਈ ਬੰਦਾ ਉਹਦੇ ਨਾਮ ਨੂੰ ਜਪੇ ਹੀ ਨਾ, ਜੇ ਬੰਦੇ ਦੇ ਮਨ ਦੇ ਵਿੱਚ ਕਹਿਣ ਲੱਗੇ ਪਰਮਾਤਮਾ ਦਾ ਨਾਮ ਆਵੇ ਹੀ ਨਾ, ਫਿਰ ਮਹਾਰਾਜ ਜੀ ਫਰਮਾਉਂਦੇ ਆ, ਜੈਸੇ ਫੂਕਰ ਸੁਆਨ ਨਾਨਕ ਮਾਨੋ ਤਾਹੇ ਤਨ। ਕਹਿਣ ਲੱਗੇ ਉਹਦਾ ਜਿਹੜਾ ਸਰੀਰ ਹੈ ਨਾ, ਉਹ ਇਦਾਂ ਦਾ ਜਿੱਦਾਂ ਦਾ ਸੂਰ ਦਾ ਹੋਵੇ, ਜਿੱਦਾਂ ਕਹਿਣ ਲੱਗੇ ਕੁੱਤੇ ਦਾ ਹੋਵੇ। ਵੈਸੇ ਵੀ ਕਹਿਣ ਲੱਗੇ ਬੰਦੇ ਕੋਲ ਇੱਕ ਗਿਆਨ ਵਾਧੂ ਹੈ। ਇਸ ਜਾਮੇ ਦੇ ਵਿੱਚ ਕਹਿਣ ਲੱਗੇ ਸਿਰਫ ਬੰਦਾ ਬੰਦਗੀ ਜ਼ਿਆਦੀ ਕਰ ਲੈਂਦਾ, ਤੇ ਜੇਕਰ ਕਿ ਦੂਜੇ ਗੁਣ ਵੇਖੀਏ, ਸੰਤਾਨ ਉਤਪਤੀ ਕਹਿਣ ਲੱਗੇ ਉਹ ਤੇ ਗੁਣ ਪਸ਼ੂਆਂ ਦੇ ਵਿੱਚ ਵੀ ਹੈ। ਜੇਕਰ ਕਿ ਕਹਿਣ ਲੱਗੇ ਮਾੜੇ ਵਕਾਰ ਹੀ ਮਨ ਦੇ ਵਿੱਚ ਖੱਟਨੇ ਆ, ਲੈ ਕੇ ਆਉਣੇ ਆ, ਤੇ ਕਹਿਣ ਲੱਗੇ ਉਹ ਤੇ ਫਿਰ ਜਿਹੜਾ ਕੁੱਕਰ ਆ ਜੀ ਉਹ ਗੰਦਗੀ ਖਾਂਦਾ, ਤੇਰੇ ਇੱਧਰ ਵਕਾਰ ਹੋ ਗਏ, ਉਹਦੀ ਗੰਦਗੀ ਇੱਕ ਬੰਦੇ ਹੋ ਗਈ, ਤੇਰਾ ਤੇ ਫਿਰ ਉਹਦਾ ਕੋਈ ਸਮੇਲ ਹੋ ਗਿਆ। ਤੇਰੇ ਵਿੱਚ ਵਿਲੱਖਣਤਾ ਹੀ ਕੀ ਹੈ, ਤੇਰੇ ਵਿੱਚ ਫਰਕ ਕੀ ਹੈ। ਪੰਜਵੇਂ ਪਾਤਸ਼ਾਹ ਜੀ ਸਹਿਸਕ੍ਰਿਤੀ ਵਿੱਚ ਉਹਨਾਂ ਦਾ ਬਚਨ ਆਉਂਦਾ ਜੀ, ਗੁਰ ਮੰਤਰਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਟਨ ਹੈ, ਕੂਕਰ ਹੈ ਸੂਕਰ ਹੈ ਗਰਦ ਪੈ, ਕੱਕ ਹੈ ਸਰਪਣਾ ਤੁਲ ਖਲਾ। ਕਹਿੰਦੇ ਜਿਹੜੇ ਬੰਦੇ ਗੁਰੂ ਦੇ ਮੰਤਰ ਤੋਂ ਬਗੈਰ ਹੈ, ਭਾਵ ਕਿ ਗੁਰਮੰਤਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਨਹੀਂ ਕੀਤਾ, ਜਿਨ੍ਹਾਂ ਨੇ ਅਜੇ ਤੱਕ ਸਿਮਰਨ ਸ਼ੁਰੂ ਨਹੀਂ ਕੀਤਾ, ਤ੍ਰਿਗੰਤ ਜਨਮ ਭ੍ਰਿਸ਼ਟ ਹੈ, ਉਹਨਾਂ ਦਾ ਜੀਵਨ ਭ੍ਰਿਸ਼ਟ ਹੋ ਗਿਆ। ਇਹੋ ਜਿਹੇ ਜੀਵਨ ਉੱਤੇ ਤ੍ਰਿਗਾਕਾਰ ਹੈ, ਲਾਹਣਤ ਹੈ ਇਹੋ ਜਿਹੇ ਜੀਵਨ ਉੱਤੇ। ਕੁੱਕਰ ਹੈ, ਕਹਿਣ ਲੱਗੇ ਉਹ ਕੁੱਤੇ ਵਾਂਗ ਹੈ, ਸੁਕਰ ਹੈ ਉਹ ਸੂਰ ਵਾਂਗ ਹੈ, ਗਰਦ ਪੈ ਕਹਿਣ ਲੱਗੇ ਖੋਤੇ ਵਾਂਗ ਹੈ ਉਹ। ਮਹਾਰਾਜ ਨੇ ਥੋੜੀ ਜਿਹੀ ਚੋਟ ਮਾਰੀ ਹੈ। ਕਾਕਾ ਕਹਿਣ ਲੱਗੇ ਕਾਂ ਵਾਂਗ ਹੈ, ਜਿੱਦਾਂ ਕਾਂ ਗੰਦਗੀ ਚੁਗਦਾ, ਗੰਦਗੀ ਖਾਂਦਾ। ਸਰਪਣਾ ਕਹਿਣ ਲੱਗੇ ਜਿੱਦਾਂ ਸੱਪ ਵਿੱਚ ਜ਼ਹਿਰ ਹੁੰਦੀ, ਉਹ ਆਪਣੀ ਜ਼ਹਿਰ ਵਿੱਚ ਸੜਦਾ ਰਹਿੰਦਾ। ਕਹਿਣ ਲੱਗੇ ਐ ਬੰਦਿਆ, ਜੇਕਰ ਕਿ ਤੂੰ ਬੰਦਗੀ ਨਹੀਂ ਕਰਦਾ, ਤੇਰਾ ਜੀਵਨ ਵੀ ਇਹੋ ਜਿਹਾ, ਤੇਰਾ ਜੀਵਨ ਵੀ ਇਹੋ ਜਿਹਾ। ਦੋ ਸ਼ਬਦ ਆਪਾਂ ਸੁਣੇ, ਇੱਕ ਵਿੱਚ ਬੰਦਗੀ ਕਹੀ ਗਈ, ਬੰਦਗੀ ਦੇ ਬਾਰੇ ਕਿਹਾ ਗਿਆ ਬਈ ਜਿਹੜੇ ਬੰਦਗੀ ਕਰਦੇ ਆ ਜੀ ਉਹ ਰੱਬ ਨਾਲ ਇੱਕਮਿਕ ਹੋ ਚੁੱਕੇ ਆ। ਇੱਕ ਵਿੱਚ ਉਹਨਾਂ ਦੀ ਹਾਲਤ ਦੱਸੀ ਗਈ ਜਿਹੜੇ ਬੰਦਗੀ ਨਹੀਂ ਕਰਦੇ, ਜਿਹੜੇ ਬੰਦਗੀ ਮਨ ਦੇ ਵਿੱਚ ਜਿਹੜੇ ਸਿਮਰਨ ਕਰਦੇ ਹੀ ਨਹੀਂ। ਚਾਰ ਤਰ੍ਹਾਂ ਦੇ ਲੋਕ ਹੈ ਜੀ ਦੁਨੀਆ ਦੇ ਵਿੱਚ। 3-4 ਮਿੰਟ ਦਾ ਸਮਾਂ ਰਹਿ ਗਿਆ। ਇੱਕ ਉਹ ਹੈ ਜਿਹੜੇ ਕਹਿਣ ਲੱਗੇ ਬੰਦਗੀ ਕਰਦੇ ਆ, ਜਿਹੜੇ ਦਾਨ ਕਰਦੇ ਆ, ਜਿਹੜੇ ਪੁੰਨ ਕਰਦੇ ਆ, ਜਿਹੜੇ ਕਿਸੇ ਗਰੀਬ ਦੀ ਬਾਂਹ ਫੜਦੇ ਆ। ਕਹਿਣ ਲੱਗੇ ਜਦੋਂ ਉਹ ਦੁਨੀਆ ਦੇ ਉੱਤੋਂ ਰੁਖਸਤ ਹੁੰਦੇ ਆ, ਉਹਨਾਂ ਨੂੰ ਉਹਦਾ ਫਲ ਮਿਲਦਾ। ਕਹਿਣ ਲੱਗੇ ਦੂਜੇ ਉਹ ਲੋਕ ਹੈ ਜਿਹੜਾ ਦਾਨ ਤਾਂ ਕਰਨਾ ਚਾਹੁੰਦੇ ਆ, ਪਰ ਉਹਨਾਂ ਕੋਲ ਕੁਛ ਹੈ ਨਹੀਂ। ਇੱਕ ਉਹ ਲੋਕ ਹੈ ਜਿਹੜੇ ਤਨ ਨਾਲ ਸੇਵਾ ਤਾਂ ਕਰਨਾ ਚਾਹੁੰਦੇ ਆ, ਪਰ ਕਹਿਣ ਲੱਗੇ ਸਰੀਰ ਬਿਮਾਰ ਰਹਿੰਦਾ,
ਪਰ ਕਹਿਣ ਲੱਗੇ ਸੇਵਾ ਕਰਨ ਵਿੱਚ ਸਮਰੱਥ ਨਹੀਂ ਹੈਗੇ। ਇੱਕ ਉਹ ਹੈ ਜਿਹੜੇ ਗਰੀਬਾਂ ਨਾਲ ਹਮਦਰਦੀ ਰੱਖਦੇ ਹੈ ਪਰ ਉਹਨਾਂ ਵਾਸਤੇ ਕਰ ਕੁਝ ਨਹੀਂ ਸਕਦੇ। ਇੱਕ ਬੰਦੇ ਕਰਨ ਵਾਲਾ ਹੱਥਾਂ ਨਾਲ ਕਹਿਣ ਲੱਗੇ ਦਾਨ ਕਰਦਾ ਹੈ, ਲੋਕਾਂ ਦੀ ਹਮਦਰਦੀ ਉਹਨੂੰ ਮਿਲਦੀ ਹੈ, ਉਹ ਉਹਨਾਂ ਦੀ ਬਾਂਹ ਫੜਦਾ ਜੀ। ਇੱਕ ਉਹ ਹੈ ਜਿਹੜੇ ਗੁਰੂ ਘਰ ਦੇ ਵਿੱਚ ਆ ਕੇ ਇੱਥੇ ਝਾੜੂ ਫੇਰਦੇ ਆ, ਇੱਥੇ ਤੱਪੜ ਝਾੜਦੇ ਆ, ਹੱਥਾਂ ਦੇ ਨਾਲ ਬਰਤਨ ਸਾਫ਼ ਕਰਦੇ ਆ, ਜੋੜੇ ਸਾਫ਼ ਕਰਦੇ ਆ। ਕਈਆਂ ਦੇ ਹੱਥ ਨਹੀਂ ਕੰਮ ਕਰਦੇ ਪਰ ਉਹਨਾਂ ਦੇ ਮਨ ਦੇ ਵਿੱਚ ਭਾਵਨਾ ਹੈ। ਰੂਹਾਨੀਅਤ ਕਹਿੰਦੀ ਹੈ ਜਦੋਂ ਕਹਿਣ ਲੱਗੇ ਉਹ ਰੱਬ ਦੇ ਘਰ ਦੇ ਵਿੱਚ ਜਾਣਗੇ, ਕਹਿਣ ਲੱਗੇ ਉਹਨਾਂ ਨੂੰ ਉਹ ਫਲ ਮਿਲੇਗਾ ਜਿਹੜਾ ਕਿਸੇ ਨੇ ਕੀਤਾ ਆ ਤੇ ਜਿਹੜੇ ਕਹਿਣ ਲੱਗੇ ਕਰਨਾ ਚਾਹੁੰਦੇ ਸਨ। ਭਾਵ ਹੈ ਜਿਨ੍ਹਾਂ ਵਿੱਚ ਸਮਰੱਥਾ ਨਹੀਂ ਸੀ ਕਰਨ ਦੀ, ਜੇਕਰ ਕਿ ਉਹ ਫੁਰਨਾ ਚੰਗਾ ਰੱਖਦੇ ਰਹੇ ਹੈ, ਜੇ ਉਹਨਾਂ ਦੇ ਦਿਲੀ ਖਵਾਇਸ਼ ਸੀ ਕਰਨ ਦੀ, ਕਹਿਣ ਲੱਗੇ ਰੱਬ ਉਹਨਾਂ ਨੂੰ ਇੱਕੋ ਜਗ੍ਹਾ ਰੱਖੇਗਾ। ਦੂਜੇ ਬੰਦੇ ਇੱਕ ਬੰਦਾ ਉਹ ਹੈ ਜਿਹੜਾ ਕਿਸੇ ਦਾ ਗਲ ਵੱਢਦਾ, ਇੱਕ ਬੰਦਾ ਉਹ ਹੈ ਜਿਹੜਾ ਦੁਨੀਆ ਨੂੰ ਤੰਗ ਕਰਦਾ, ਕਿਸੇ ਦਾ ਹੱਕ ਖੋਹਦਾ, ਕਿਸੇ ਨੂੰ ਦਬਾਉਂਦਾ, ਕਿਸੇ ਉੱਤੇ ਜ਼ੋਰ ਜ਼ਬਰਦਸਤੀ ਕਰਦਾ। ਕਹਿਣ ਲੱਗੇ ਜੋ ਫਲ ਉਹਨੂੰ ਮਿਲਣਾ। ਕਹਿਣ ਲੱਗੇ ਆ ਜਿਹੜੇ ਬੰਦੇ ਇਹੋ ਜਿਹੇ ਕੰਮ ਮਨ ਦੇ ਵਿੱਚ ਸੋਚਦੇ ਵੀ ਹੈ ਨਾ, ਭਾਵੇਂ ਕਿ ਉਹ ਹੱਥਾਂ ਨਾਲ ਨਹੀਂ ਕਰ ਰਹੇ, ਭਾਵੇਂ ਉਹ ਸੋਚਦੇ ਆ ਵੀ ਜੇ ਇਹ ਬੰਦਾ ਮੇਰੇ ਹੱਥ ਵਿੱਚ ਆਵੇ ਮੈਂ ਮਸਲ ਕੇ ਰੱਖ ਦੇਵਾਂ, ਮੇਰਾ ਜ਼ੋਰ ਚੱਲੇ, ਮੈਂ ਇਹਨੂੰ ਰੋਟੀ ਦਾ ਕਿਣਕਾ ਤੱਕ ਨਾ ਦੇਵਾਂ। ਕਹਿਣ ਲੱਗੇ ਉਹ ਦੋਵੇਂ ਬੰਦੇ ਉਹ ਵੀ ਇੱਕੋ ਜਗ੍ਹਾ ਤੇ ਖਲੋਤੇ। ਜਦੋਂ ਲੇਖਾ ਉਹਨਾਂ ਦਾ ਵੀ ਹੋਣਾ ਨਾ, ਕਹਿਣ ਲੱਗੇ ਸੱਜਣਾ ਉਹਨਾਂ ਨੇ ਵੀ ਇੱਕੋ ਜਗ੍ਹਾ ਤੇ ਖਲੋਣਾ ਹੈ, ਜਿਨ੍ਹਾਂ ਨੇ ਮਾੜੇ ਕਰਮ ਕੀਤੇ ਆ ਤੇ ਜਿਨ੍ਹਾਂ ਨੇ ਮਾੜੇ ਕਰਮ ਸੋਚੇ ਆ। ਕਹਿਣ ਲੱਗੇ ਉਹਨਾਂ ਨੂੰ ਕਹਿਣ ਲੱਗੇ ਬੜਾ ਮਾੜਾ ਹਸ਼ਰ ਹੋਵੇਗਾ। ਇੱਕ ਉਹ ਹੈ ਜਿਨ੍ਹਾਂ ਨੇ ਚੰਗੇ ਕਰਮ ਕੀਤੇ ਆ ਤੇ ਜਿਹੜਾ ਚੰਗਾ ਪੋਜ਼ਿਟਿਵ ਸੋਚਦੇ ਆ। ਇਸ ਕਰਕੇ ਰੂਹਾਨੀਅਤ ਦੀ ਜ਼ਿੰਦਗੀ ਵਿੱਚ ਕਿਹਾ ਗਿਆ ਭਾਈ ਕਿਸੇ ਦਾ ਮਨ ਕਰਕੇ ਵੀ ਬੁਰਾ ਨਾ ਸੋਚੀ, ਮਨ ਕਰਕੇ ਵੀ ਕਿਸੇ ਦਾ ਬੁਰਾ ਨਾ ਕਰੀ, ਫੁਰਨੇ ਦੇ ਵਿੱਚ ਵੀ ਕਦੀ ਕਹਿਣ ਲੱਗੇ ਜਿਹੜੀ ਗਲਤ ਭਾਵਨਾ ਉਹ ਨਾ ਲੈ ਕੇ ਆਵੇਂ। ਇਹ ਗੁਰੂ ਮਹਾਰਾਜ ਜੀ ਨੇ ਭਗਤੀਵਾਦੀਆਂ ਨੂੰ ਇਹ ਉਪਦੇਸ਼ ਦਿੱਤਾ ਹੈ, ਭਾਈ ਬੁਰਾ ਕਿਸੇ ਦਾ ਕਰਨਾ ਨਹੀਂ, ਸੋਚਣਾ ਨਹੀਂ, ਫੁਰਨਾ ਤੱਕ ਨਹੀਂ ਲੈ ਕੇ ਆਉਣਾ। ਇਹ ਗੁਰੂ ਮਹਾਰਾਜ ਜੀ ਨੇ ਕੁਛ ਬਖਸ਼ਿਸ਼ਾਂ ਕੀਤੀਆਂ ਹਨ। ਵਿਚਾਰ ਕਰਦਿਆਂ ਤੋਂ ਏਕ ਨਹੀਂ ਅਨੇਕ ਤਰ੍ਹਾਂ ਦੀਆਂ ਗਲਤੀਆਂ ਹੋਈਆਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਖਿਮਾ ਬਖਸ਼ਿਸ਼ ਕਰਨੀ। ਬਹੁਤ ਬਹੁਤ ਧੰਨਵਾਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਦਮਦਮੀ ਟਕਸਾਲ ਅਤੇ ਦਮਦਮੀ ਟਕਸਾਲ ਦੇ ਮੌਜੂਦਾ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਕਹਿ ਕੇ ਦਿੱਲੀ ਵਿੱਚ ਪ੍ਰਚਾਰ ਪ੍ਰਸਾਰ ਦੀ ਜਿਹੜੇ ਸੇਵਾ ਲੈ ਰਹੇ ਹਨ ਤੇ ਨਾਲ ਦੀ ਨਾਲ ਜਿਹੜੇ ਗੁਰਬਾਣੀ ਦੇ ਸ਼ੁੱਧ ਪਾਠ ਬੋਧ ਸਮਾਗਮ ਗੁਰਦੁਆਰਾ ਨਾਨਕ ਪਿਆਓ ਸਾਹਿਬ ਜਿਨ੍ਹਾਂ ਨੇ ਕਰਵਾਏ ਹਨ। ਸੋ ਦਿੱਲੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਇਸ ਗੁਰੂ ਘਰ ਦੇ ਵਜ਼ੀਰ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਨਾਲ ਦੀ ਨਾਲ ਆਪ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਭਾਈ 14 ਸਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ੁੱਧ ਪਾਠ ਬੋਧ ਸਮਾਗਮ ਜੋ ਪ੍ਰਾਰੰਭ ਕੀਤੇ ਗਏ ਸਨ, 15 ਅਗਸਤ ਨੂੰ ਉਹਨਾਂ ਦੇ ਭੋਗ ਪੈਣੇ ਹਨ। ਆਪ ਸਰਬੱਤ ਸੰਗਤਾਂ ਨੇ ਉਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਲੈਣਾ। ਨਾਲ ਦੀ ਨਾਲ 14 ਸਤੰਬਰ ਨੂੰ ਇੱਕ ਸੈਮੀਨਾਰ ਵੀ ਮਾਤਾ ਸੁੰਦਰੀ ਕਾਲਜ ਵਿਖੇ ਕੀਤੇ ਜਾ ਰਹੇ ਹਨ। ਆਪ ਜੀ ਨੇ ਉਹਨਾਂ ਸਮਾਗਮਾਂ ਦੇ ਵਿੱਚ ਵੀ ਹਿੱਸਾ ਲੈਣ ਦੀ ਕਿਰਪਾਲਤਾ ਕਰਨੀ ਜੀ। ਆਓ ਗੁਰੂ ਮਹਾਰਾਜ ਦੇ ਚਰਨਾਂ 'ਚ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।